ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਦਿਨ ਆਪਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ 'ਤੇ ਵਿਚਾਰ ਕੀਤੇ। ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਸਿੱਖਿਆਦਾਇਕ ਹੁੰਦੀਆਂ, ਉਹਨਾਂ ਤੋਂ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ। ਇਸ ਤਰ੍ਹਾਂ ਜਿਹੜੀ ਬਾਣੀ ਹੈ ਇਹ ਕੁਝ ਉਪਦੇਸ਼ ਹੈ, ਕੁਝ ਹੁਕਮ ਹੈ ਵੀ ਭਾਈ ਇਸ ਤਰ੍ਹਾਂ ਕਰੋ ਤੁਹਾਨੂੰ ਆਹ ਕੁਛ ਮਿਲੇਗਾ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਆਹ ਕੁਛ ਮਿਲੇਗਾ। ਕੁਛ ਗਿਆਨ ਹੁੰਦਾ ਹੈ, ਕੁਝ ਉਪਦੇਸ਼ ਹੁੰਦਾ ਹੈ। ਸੋ ਗੁਰੂ ਨਾਨਕ ਦੀ ਬਾਣੀ ਦੇ ਰਾਹੀਂ ਸਾਨੂੰ ਕੀ ਸਿੱਖਿਆ ਮਿਲਦੀ ਹੈ, ਕੀ ਉਹ ਸਾਨੂੰ ਉਪਦੇਸ਼ ਦਿੰਦੇ ਨੇ, ਉਹ ਆਪਾਂ ਅੱਜ ਗਾ ਕੇ ਦੇਖਾਂਗੇ। ਪਹਿਲਾਂ ਹੀ ਉਹਨਾਂ ਦੀ ਸਿੱਖਿਆ ਜਾਂ ਪਹਿਲਾ ਹੁਕਮ ਹੈ, ਕਿਉਂਕਿ ਬਾਣੀ ਹੁਕਮ ਵੀ ਹੈ, ਇਸ ਲਈ ਹੁਕਮਨਾਮਾ ਲਿਆ ਜਾਂਦਾ ਹੈ। ਉਹਨੂੰ ਉਪਦੇਸ਼ਨਾਮਾ ਨਹੀਂ ਕਹਿੰਦੇ, ਸਿੱਖਿਆਨਾਮਾ ਨਹੀਂ ਕਹਿੰਦੇ, ਹੁਕਮਨਾਮਾ ਕਹਿੰਦੇ। ਅਤੇ ਹੁਕਮ ਮੰਨਣ ਲਈ ਹੁੰਦਾ ਹੈ। ਹੁਕਮ ਨਿਰਾ ਪੜ੍ਹਨ ਲਈ ਨਹੀਂ ਹੁੰਦਾ, ਹੁਕਮ ਨਿਰਾ ਸੁਣਨ ਲਈ ਨਹੀਂ ਹੁੰਦਾ, ਹੁਕਮ ਨਿਰਾ ਗਾਉਣ ਲਈ ਨਹੀਂ ਹੁੰਦਾ, ਹੁਕਮ ਮੰਨਣ ਲਈ ਹੁੰਦਾ ਹੈ। ਪਹਿਲਾ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਦਿੱਤਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਰਜ਼ਾਈ ਅਰਬੀ ਫਾਰਸੀ ਦਾ ਸ਼ਬਦ ਹੈ, ਜਿਹਦਾ ਮਤਲਬ ਪਰਮਾਤਮਾ। ਹੁਕਮ ਮੰਮੇ ਨੂੰ ਸਿਹਾਰੀ ਲਾ ਕੇ ਹੁਕਮ ਵਿੱਚ, ਪਰਮਾਤਮਾ ਦੇ ਹੁਕਮ ਵਿੱਚ ਚੱਲਣਾ। ਨਾਨਕ ਲਿਖਿਆ ਨਾਲ, ਗੁਰੂ ਮਹਾਰਾਜ ਕਹਿੰਦੇ ਇਹ ਇਨਸਾਨ ਦੇ ਨਾਲ ਹੀ ਲਿਖ ਕੇ ਪਰਮਾਤਮਾ ਨੇ ਪਤਾ ਸੀ ਕਿ ਤੂੰ ਮੇਰੇ ਹੁਕਮ 'ਚ ਚੱਲਣਾ। ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਕਹਿ ਸਕਦਾ ਜੀ ਸਾਨੂੰ ਤਾਂ ਉਹਦੇ ਹੁਕਮ ਦਾ ਪਤਾ ਨਹੀਂ, ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ, ਪਰਮਾਤਮਾ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਹੈ, ਸਾਨੂੰ ਕੀ ਪਤਾ ਉਹਦਾ ਕੀ ਹੁਕਮ ਹੈ। ਸਾਰੀ ਬਾਣੀ ਹੀ ਉਸ ਦਾ ਹੁਕਮ ਹੈ, ਇਹ ਖਿਆਲ ਰੱਖਣਾ। ਕਿਉਂਕਿ ਗੁਰੂ ਮਹਾਰਾਜ ਨੇ ਆਪ ਕਿਹਾ, ਹਉ ਆਪੋਂ ਬੋਲ ਨਾ ਜਾਣਦਾ, ਸਭ ਕਹਿਆ ਹੁਕਮਾਓ ਜੀਓ। ਕਹਿੰਦੇ ਮੈਂ ਆਪ ਤੇ ਬੋਲਣਾ ਹੀ ਨਹੀਂ ਜਾਣਦਾ, ਮੈਂ ਜੋ ਕੁਛ ਕਿਹਾ ਇਹ ਪਰਮਾਤਮਾ ਦਾ ਹੁਕਮ ਕਿਹਾ ਹੈ। ਸੋ ਸਾਰੀ ਬਾਣੀ ਪਰਮਾਤਮਾ ਦਾ ਹੁਕਮ ਹੈ। ਇਸ ਲਈ ਜਿਸ ਸਿੱਖ ਨੇ ਪਰਮਾਤਮਾ ਦੇ ਹੁਕਮ 'ਚ ਚੱਲਣਾ ਹੈ, ਉਹ ਬਾਣੀ ਅਨੁਸਾਰ ਜੀਵਨ ਜਿਵੇਂ, ਇਹੀ ਪਰਮਾਤਮਾ ਦੇ ਹੁਕਮ 'ਚ ਚੱਲਣਾ ਹੈ। ਇਹ ਹੁਕਮ ਹੈ ਪਰਮਾਤਮਾ ਦਾ ਕਿ ਤੁਸੀਂ ਮੇਰੇ ਹੁਕਮ 'ਚ ਚੱਲਣਾ ਹੈ, ਜਿਵੇਂ ਮੈਂ ਕਹਿਣਾ ਉਵੇਂ ਤੁਸੀਂ ਕਰਨਾ। ਜੇ ਉਵੇਂ ਕਰੋਗੇ ਮੈਂ ਤੁਹਾਡੀ ਹਰ ਪ੍ਰਕਾਰ ਦੀ ਸਹਾਇਤਾ ਕਰਾਂਗਾ। ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਫਿਰ ਤੁਹਾਨੂੰ ਸਜ਼ਾ ਮਿਲੇਗੀ। ਆ ਗਰੀਬੀ, ਆ ਦੁੱਖ, ਆ ਮੁਸੀਬਤੀਆਂ, ਇਹ ਚਿੰਤਾ, ਇਹ ਸਭ ਉਹਦੇ ਹੁਕਮ ਨਾ ਮੰਨਣ ਕਾਰਨ ਸਾਡੀ ਜ਼ਿੰਦਗੀ 'ਚ ਆਉਂਦੇ ਨੇ। ਇਸ ਲਈ ਗੁਰੂ ਨਾਨਕ ਦੇਵ ਜੀ ਕਹਿੰਦੇ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ। ਸੋ ਸਾਡਾ ਫਰਜ਼ ਬਣਦਾ ਸੀ ਉਹਦੇ ਹੁਕਮ ਚੱਲੀਏ। ਪਰਮਾਤਮਾ ਦਾ ਹੁਕਮ ਗੁਰੂ ਦਾ ਹੁਕਮ ਹੁੰਦਾ ਹੈ, ਕਿਉਂਕਿ ਪਰਮਾਤਮਾ ਜਿਹੜਾ ਹੈ ਨਿਰਗੁਣ ਸਰੂਪ ਹੈ। ਜਦੋਂ ਉਹਨੇ ਕੋਈ ਸਾਨੂੰ ਦੱਸਣਾ ਹੁੰਦਾ ਹੈ, ਉਹਨੂੰ ਸਰਗੁਣ ਸਰੂਪ ਧਾਰਨ ਕਰਨਾ ਪੈਂਦਾ ਹੈ। ਜਿਹੜੇ ਗੁਰੂ ਮਹਾਰਾਜ ਦੇ ਪਰਮਾਤਮਾ ਦਾ ਸਰਗੁਣ ਸਰੂਪ ਹੁੰਦੇ ਨੇ, ਕਿਉਂਕਿ ਪਰਮਾਤਮਾ ਜੇ ਉਂਝ ਬੋਲਦਾ ਹੈ ਸਾਨੂੰ ਪਤਾ ਨਹੀਂ ਲੱਗਣਾ ਹੈਗਾ, ਇਸ ਲਈ ਉਹਨੂੰ ਸਰੀਰ ਧਾਰਨ ਕਰਨਾ ਪੈਂਦਾ ਹੈ। ਫਿਰ ਉਹ ਗੁਰੂ ਦੇ ਰੂਪ 'ਚ ਇਸ ਸੰਸਾਰ 'ਚ ਆਉਂਦਾ ਹੈ, ਫਿਰ ਬੋਲ ਕੇ ਸਾਨੂੰ ਦੱਸਦਾ ਹੈ ਤਾਂ ਸਾਨੂੰ ਪਤਾ ਲੱਗੇ
ਇਸ ਲਈ ਗੁਰੂ ਮਹਾਰਾਜ ਨੇ ਜੋ ਕਿਹਾ ਹੈ ਉਹ ਪਰਮਾਤਮਾ ਦਾ ਹੁਕਮ ਹੀ ਕਿਹਾ ਹੈ। ਸੋ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਹੀ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਹੈ। ਦੂਜੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲਾ ਸੱਚ ਨਾਉ, ਸੱਚ ਪਰਮਾਤਮਾ ਨੂੰ ਕਹਿੰਦੇ। ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਵਡਿਆਈ ਵਿਚਾਰ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਚਾਹੀਦੀ ਹੈ। ਫਿਰ ਜਦੋਂ ਦੋ ਕੰਮ ਕਰਦੇ ਹੋ, ਤੁਸੀਂ ਕਹੋ ਜੀ ਉਹਦੀ ਅਸੀਂ ਕਿਹੜੀ ਕਿਹੜੀ ਵਡਿਆਈ ਦਾ ਵਿਚਾਰ ਕਰੀਏ। ਬਾਣੀ ਪੜ੍ਹਨਾ ਉਹਦੀਆਂ ਵਡਿਆਈਆਂ ਦਾ ਵਿਚਾਰ ਕਰਨਾ ਹੈ, ਸਿਮਰਨ ਕਰਨਾ ਉਹਦਾ ਨਾਮ ਜਪਣਾ ਹੈ। ਸਿੱਖ ਨੇ ਦੋਨੋਂ ਕੰਮ ਕਰਨੇ। ਪਹਿਲਾਂ ਨਹਾ ਧੋ ਕੇ ਸਿਮਰਨ ਕਰਨਾ, ਉਸ ਤੋਂ ਬਾਅਦ ਫਿਰ ਬਾਣੀ ਪੜ੍ਹਨੀ ਹੈ। ਬਾਣੀ ਸਮਝ ਕੇ ਪੜ੍ਹਨੀ ਹੈ ਤਾਂ ਸਾਨੂੰ ਪਤਾ ਲੱਗੇ ਵੀ ਗੁਰੂ ਮਹਾਰਾਜ ਕੀ ਕਹਿੰਦੇ, ਪਰਮਾਤਮਾ ਦਾ ਕੀ ਹੁਕਮ ਹੈ। ਫਿਰ ਕੀ ਮਿਲੇਗਾ? ਕਰਮੀ ਆਵੈ ਕਪੜਾ, ਕਰਮ ਦੇ ਬਖਸ਼ਿਸ਼, ਫਿਰ ਪਰਮਾਤਮਾ ਦੀ ਹੋਵੇਗੀ ਬਖਸ਼ਿਸ਼। ਕੱਪੜਾ ਹੁੰਦਾ ਸਤਿਕਾਰ, ਜਦੋਂ ਕਿਸੇ ਦਾ ਸਤਿਕਾਰ ਕਰਨਾ ਹੁੰਦਾ ਨਾ, ਉਹਨਾਂ ਨੂੰ ਸਰੋਪੇ ਦਿੰਦੇ ਨੇ, ਉਹ ਸਤਿਕਾਰ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਦੇ ਕੱਪੜੇ ਲਾਹ ਦਿਓ, ਉਹਦੀ ਬੇਇੱਜ਼ਤੀ ਹੁੰਦੀ ਹੈ। ਕਰਮੀ ਆਵੈ ਕੱਪੜਾ, ਪਰਮਾਤਮਾ ਦੀ ਬਖਸ਼ਿਸ਼ ਨਾਲ ਫਿਰ ਸਤਿਕਾਰ ਮਿਲਦਾ ਹੈ। ਨਦਰੀ ਮੋਖ ਦੁਆਰ, ਜਦੋਂ ਅਸੀਂ ਸਿਮਰਨ ਕਰਦੇ ਰਹਿੰਦੇ ਹਾਂ, ਬਾਣੀ ਪੜ੍ਹਦੇ ਰਹਿੰਦੇ ਹਾਂ, ਵਿਚਾਰਦੇ ਰਹਿੰਦੇ ਹਾਂ, ਨਦਰੀ ਮੋਖ ਦੁਆਰ, ਨਜ਼ਰ ਦੀ ਕਿਰਪਾ ਦ੍ਰਿਸ਼ਟੀ, ਫਿਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ, ਸਾਨੂੰ ਮੁਕਤੀ ਮਿਲ ਜਾਂਦੀ ਹੈ। ਮੋਖ ਮੁਕਤੀ ਨੂੰ ਕਹਿੰਦੇ। ਨਾਮ ਜਪਣਾ ਹੈ, ਬਾਣੀ ਦੀ ਵਿਚਾਰ ਕਰਨੀ ਹੈ, ਫਿਰ ਪਰਮਾਤਮਾ ਦੀ ਬਖਸ਼ਿਸ਼ ਹੋਏਗਾ। ਸਾਡਾ ਆਦਰ ਮਾਣ ਸਤਿਕਾਰ ਸਮਾਜ 'ਚ ਹੋਣਾ ਸ਼ੁਰੂ ਹੋ ਜਾਏਗਾ। ਫਿਰ ਬਾਣੀ ਪੜ੍ਹਦੇ ਰਹੇ, ਨਾਮ ਜਪਦੇ, ਇੱਕ ਦਿਨ ਪਰਮਾਤਮਾ ਦੀ ਕਿਰਪਾ ਹੋ ਜਾਏਗੀ ਅਤੇ ਫਿਰ ਸਾਨੂੰ ਮੁਕਤੀ ਮਿਲ ਜਾਏਗੀ। ਅਸੀਂ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ। ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਕਰਮੀ ਆਵੈ ਕਪੜਾ, ਕਰਮੀ ਆਵੈ ਕਪੜਾ, ਕਰਮੀ ਆਵੈ ਕਪੜਾ। ਨਦਰੀ ਮੁਖ ਦੁਆਰ, ਨਦਰੀ ਮੁਖ ਦੁਆਰ, ਨਦਰੀ ਮੁਖ ਦੁਆਰ, ਨਦਰੀ ਮੁਖ ਦੁਆਰ। ਜਿਵੇਂ ਵਡਿਆਈ ਇੱਕ ਵਚਨ ਹੁੰਦਾ, ਅਸੀਂ ਬਿਨਾਂ ਅੱਗੇ ਕੋਈ ਸ਼ਬਦ ਲਾਇਆ ਇਹਦਾ ਬਹੁਵਚਨ ਬਣਾਉਣਾ ਹੈ, ਬਿੰਦੀ ਲਾ ਦਿੱਤੀ ਜਾਂਦੀ ਵਡਿਆਈ। ਜਿਵੇਂ ਸਿੱਖੀ, ਸਿੱਖੀ, ਉਹ ਬਹੁਵਚਨ ਹੋ ਗਿਆ ਹੈ। ਇਸ ਤਰ੍ਹਾਂ ਵਡਿਆਈ ਇੱਕ ਵਚਨ ਹੈ, ਵਡਿਆਈ ਬਹੁਵਚਨ ਹੈ। ਅਸੀਂ ਉਹਦੀ ਵਡਿਆਈਆਂ ਦੀ ਵਿਚਾਰ ਕਰਨੀ ਕਿ ਪਰਮਾਤਮਾ ਦੀ ਕੀ ਵਡਿਆਈਆਂ ਹਨ। ਅੱਗੇ ਕਹਿੰਦੀ ਤੀਸਰੀ ਸਿੱਖ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ ਨੰਨੇ ਨੂੰ ਸਿਹਾਰੀ ਭਰ ਕੇ ਇੱਕ ਵਚਨ ਬਣਾਇਆ ਹੋਇਆ ਹੈ। ਜੇ ਨੰਨੇ ਨੂੰ ਸਿਹਾਰੀ ਨਾ ਹੁੰਦੀ, ਸ਼ਬਦ ਬਹੁਵਚਨ ਹੋ ਜਾਣਾ ਸੀ। ਜਿਨ ਮਾਨੇ ਜਿਸ ਨੇ, ਜੇ ਨੰਨੇ ਨੂੰ ਸਿਹਾਰੀ ਦੀ ਫਿਰ ਆਪਾਂ ਕਹਿੰਦੇ ਜਿਨ੍ਹਾਂ ਨੇ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਸ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ ਉਹਨੂੰ ਹੀ ਆਦਰ ਮਾਣ ਮਿਲਿਆ। ਆ ਸੰਤਾਂ ਮਹਾਤਮਾ ਦਾ ਕਿੰਨਾ ਆਦਰ ਮਾਣ ਹੁੰਦਾ ਸਮਾਜ 'ਚ, ਕਿਉਂ? ਉਹ ਸਿਮਰਨ ਕਰਦੇ ਨੇ। ਕੋਈ ਵੀ ਸਿਮਰਨ ਕਰਨ ਲੱਗ ਜਾਓ, ਸਮਾਂ ਪਾ ਕੇ ਉਹਦਾ ਆਦਰ ਮਾਣ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਣੀ ਨਿਧਾਨ ਹੁੰਦਾ ਖਜ਼ਾਨਾ।
ਪਰਮਾਤਮਾ ਨੂੰ ਗੁਣੀ ਨਿਧਾਨ ਕਿਹਾ, ਗੁਣਾਂ ਦਾ ਖਜ਼ਾਨਾ ਕਿਹਾ। ਇੱਕ ਅੱਧੇ ਗੁਣ ਦਾ ਮਾਲਕ ਨਹੀਂ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਹੋਣ ਕਰਕੇ ਉਹਨੇ ਕਹਿੰਦੇ ਗੁਣੀ ਨਿਧਾਨ ਪਾ ਪਰਮਾਤਮਾ। ਨਾਨਕ ਗਾਵੀਐ ਗੁਣੀ ਨਿਧਾਨ, ਉਹ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਉਸਦੇ ਗੁਣ ਗਾਉਣੇ ਚਾਹੀਦੇ ਹਨ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ। ਆਵਾਜ਼ ਜਿਹੋ ਜਿਹੀ ਵੀ ਹੋਵੇ, ਦੇਖੋ ਗਲਾ ਆਵਾਜ਼ ਸਾਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ। ਇਹ 'ਚ ਸਾਡਾ ਕੋਈ ਵੱਸ ਨਹੀਂ ਚੱਲਦਾ। ਕਿਸੇ ਨੂੰ ਮਿੱਠੀ ਆਵਾਜ਼ ਦਿੱਤੀ ਹੈ, ਕਿਸੇ ਨੂੰ ਸਿੰਪਲ ਆਵਾਜ਼ ਦਿੱਤੀ ਹੈ। ਸੰਗਣਾ ਨਹੀਂ ਹੈ ਕਿ ਮੇਰੀ ਆਵਾਜ਼ ਵਧੀਆ ਨਹੀਂ, ਆਪਾਂ ਮੂੰਹ 'ਚ ਹੀ ਬੋਲੀ ਜਾਓ, ਨਹੀਂ, ਗਾਉਣੇ। ਨਾਨਕ ਗਾਵੀਐ ਗੁਣੀ ਨਿਧਾਨ, ਗਾਉਣਾ ਉਹਨੂੰ। ਜਿਹੋ ਜਿਹੀ ਵੀ ਆਵਾਜ਼ ਹੈ, ਉਸੇ ਆਵਾਜ਼ ਦੇ ਵਿੱਚ ਹੀ ਉਸਨੂੰ ਗਾਉਣਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ ਗੁਣੀ ਨਿਧਾਨ। ਚੌਥੀ ਸਿੱਖਿਆ ਦਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਮਤ ਭਾਵ ਮਨ। ਜੇ ਮਨ ਕਹਿੰਦੇ ਪਾਪਾਂ ਦੇ ਨਾਲ ਭਰ ਜਾਏ, ਲਿਬੜ ਜਾਏ। ਭਰਨਾ ਇੱਕ ਤਾਂ ਹੁੰਦਾ ਹੈ ਵੀ ਖਾਲੀ ਸੀ ਉਹਨੂੰ ਭਰ ਦਿੱਤਾ ਤੁਸੀਂ, ਦੂਜਾ ਹੁੰਦਾ ਲਵੇੜ ਦੇਣਾ, ਲਿਬੜ ਜਾਣਾ। ਅਗਲਾ ਕਹਿੰਦੇ ਓਹੋ ਯਾਰ ਤੂੰ ਤਾਂ ਮੇਰੇ ਕੱਪੜੇ ਚਿੱਕੜ ਨਾਲ ਭਰਤੇ ਨੇ, ਪਾਕਿਸਤਾਨੀ ਸ਼ਬਦ ਹੈ। ਉਹ ਤਾਂ ਕਹਿੰਦੇ ਤੂੰ ਮੇਰੇ ਕੱਪੜੇ ਚਿੱਕੜ ਨਾਲ ਭਰ ਦਿੱਤੇ ਹਨ, ਭਾਵ ਲਵੇੜ ਦਿੱਤੇ ਹਨ। ਭਰੀਐ ਮਤ ਪਾਪਾਂ ਕੈ ਸੰਗ, ਜੇ ਸਾਡਾ ਮਨ ਪਾਪਾਂ ਨਾਲ ਮਲੀਨ ਹੋ ਜਾਏ, ਉਹ ਧੋਪੈ ਨਾਵੇਂ ਕੈ ਰੰਗ। ਰੰਗ ਪਿਆਰ ਨੂੰ ਕਹਿੰਦੇ। ਜੇ ਪਿਆਰ ਦੇ ਨਾਲ ਨਾਮ ਜਪੀਏ ਨਾ, ਉਹ ਜਿਹੜੀ ਮੈਲ ਹੈ ਪਾਪਾਂ ਦੀ, ਉਹ ਧੋਤੀ ਜਾਂਦੀ ਹੈ, ਮਨ ਸਾਫ ਸੁਥਰਾ ਹੋ ਜਾਂਦਾ। ਮਨ ਨੂੰ ਸਾਫ ਕਰਨ ਦਾ ਢੰਗ ਹੈ ਪਰਮਾਤਮਾ ਦਾ ਪਿਆਰ ਸਹਿਤ ਨਾਮ ਜਪਣਾ। ਜਿੰਨਾ ਚਿਰ ਮਨ ਮੈਲਾ ਹੈ, ਰੱਬ ਨਹੀਂ ਮਿਲਦਾ। ਜਿੰਨੇ ਚਾਹੇ 100 ਜਨਮ ਲੈ ਲਓ, ਅਤੇ ਜੇ ਮਨ ਇਸੇ ਜਨਮ ਸਾਫ ਹੋ ਗਿਆ ਤਾਂ ਪਰਮਾਤਮਾ ਨੂੰ ਇਸੇ ਜਨਮ 'ਚ ਮਿਲ ਜਾਣਾ। ਉਹਦੀ ਸ਼ਰਤ ਹੀ ਇੱਕ ਕਿ ਤੁਸੀਂ ਆਪਣੇ ਮਨ ਨੂੰ ਸਾਫ ਕਰ ਲਓ, ਮੈਂ ਤੁਹਾਡੇ ਅੰਦਰ ਹੀ ਬੈਠਾ, ਮੈਂ ਪ੍ਰਗਟ ਹੋ ਜਾਵਾਂਗਾ। ਜੇ ਤੁਹਾਡਾ ਮਨ ਮੈਲਾ ਰਿਹਾ, ਮੈਂ ਪ੍ਰਗਟ ਨਹੀਂ ਹੋਣਾ। ਚਾਹੇ ਹੁਣ ਮਨ ਮੈਲਾ ਕਿਵੇਂ ਹੁੰਦਾ? ਮਾੜੇ ਕੰਮ ਕਰਕੇ। ਜਦੋਂ ਅਸੀਂ ਮਾੜੇ ਕੰਮ ਕਰਨੇ ਨੇ, ਪਹਿਲਾਂ ਮਾੜੀ ਸੋਚ ਆਉਂਦੀ ਹੈ। ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਸੋਚ ਆਉਂਦੀ, ਉਹਦਾ ਵਿਚਾਰ ਆਉਂਦਾ। ਵਿਚਾਰ ਹੀ ਮਾੜਾ ਹੈ, ਸੋਚ ਹੀ ਮੈਲੀ ਹੈ, ਤਾਂ ਉਹਨੇ ਮਨ ਨੂੰ ਮੈਲਿਆ ਕਰਨਾ ਹੀ ਕਰਨਾ। ਇੱਕ ਤਾਂ ਸਾਨੂੰ ਸੋਚ ਸਹੀ ਰੱਖਣੀ ਚਾਹੀਦੀ, ਤਾਂ ਹੀ ਸਹੀ ਕੰਮ ਹੋਣਗੇ। ਨਵੀਂ ਮੈਲ ਲੱਗੇਗੀ ਨਹੀਂ। ਜਿਹੜੀ ਪਹਿਲਾਂ ਲੱਗੀ ਹੋਈ ਹੈ, ਨਾਮ ਜਪ 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 ਕੇ, ਬਾਣੀ ਪੜ੍ਹ ਪੜ੍ਹ ਕੇ ਉਸ ਮੈਲ ਨੂੰ ਲਾਹ ਲੈਣਾ। ਜਿਹਨੇ ਇਸ ਜਨਮ 'ਚ ਲਾਹ ਲਈ ਮੈਲ, ਇਸੇ ਜਨਮ ਪਰਮਾਤਮਾ ਮਿਲ ਜਾਣਾ। ਜਿਹਨੇ ਅਗਲੇ ਉਦੋਂ ਅਗਲੇ ਉਦੋਂ ਅਗਲੇ, ਜਿਸ ਜਨਮ 'ਚ ਮੈਲ ਲੱਥੇਗੀ, ਉਸ ਜਨਮ 'ਚ ਹੀ ਪਰਮਾਤਮਾ ਮਿਲੇ। ਜਿੰਨਾ ਚਿਰ ਪਰਮਾਤਮਾ ਨਹੀਂ ਮਿਲਦਾ, ਉਹਨਾਂ ਚਿਰ ਜੰਮਣ ਮਰਦਾ ਚੱਕਰ ਨਹੀਂ ਖਤਮ ਹੁੰਦਾ। ਇਹ ਚੱਕਰ ਬਣੇ ਹੀ ਰਹਿੰਦਾ, ਜੰਮੀ ਜਾਓ ਮਰੀ ਜਾਓ, ਜੰਮੀ ਜਾਓ ਮਰੀ ਜਾਓ। ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ। ਉਹ ਧੋਪੈ ਨਾਵੇਂ ਕੈ ਰੰਗ, ਉਹ ਧੋਪੈ ਨਾਵੇਂ ਕੈ ਰੰਗ, ਉਹ ਧੋਪੈ ਨਾਵੇਂ ਕੈ ਰੰਗ, ਉਹ ਧੋਪੈ ਨਾਵੇਂ ਕੈ ਰੰਗ।
ਅੱਗੇ ਕਹਿੰਦੇ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਆਪ ਹੀ ਬੀਜੋ, ਆਪ ਹੀ ਕਰਮ ਕਰੋ, ਆਪ ਹੀ ਖਾਓ, ਫਿਰ ਆਪ ਹੀ ਉਹਦਾ ਫਲ ਖਾਓ। 2000 ਸਾਲ ਪਹਿਲਾਂ ਈਸਾ ਮਸੀਹ ਨੇ ਬਾਈਬਲ 'ਚ ਲਿਖਿਆ, ਐ ਯੂ ਸੋ ਸੋ ਸ਼ੈਲ ਯੂ ਰੀਪ। ਸੋ SOW, ਸੋ ਬੀਜਣਾ। ਐਜ਼ ਯੂ ਸੋ, ਜਿਹੋ ਜਿਹਾ ਤੁਸੀਂ ਬੀਜੋਗੇ, ਐ ਯੂ ਸੋ ਸੋ ਸ਼ੈਲ ਯੂ ਰੀਪ, ਉਹ ਜਿਹਾ ਤੁਸੀਂ ਵੱਢੋਗੇ। ਇਨਸਾਨ ਜਿਹੋ ਜਿਹਾ ਤੂੰ ਕਰਮ ਕਰੇਂਗਾ, ਉਹੋ ਜਿਹਾ ਹੀ ਤੈਨੂੰ ਫਲ ਮਿਲਣਾ। ਪਰ ਮਨੁੱਖ ਬੜਾ ਅਜੀਬ ਹੈ, ਇਹ ਕੰਮ ਪੁੱਠੇ ਕਰਦਾ ਅਤੇ ਫਲ ਉਹਦਾ ਵਧੀਆ ਪਾਲਦਾ। ਅਜਿਹਾ ਨਹੀਂ ਹੁੰਦਾ। ਸਾਡੀ ਜ਼ਿੰਦਗੀ ਜਿੰਨੇ ਦੁੱਖ ਆ ਰਹੇ ਨੇ, ਇਹ ਸਾਡੇ ਮਾੜੇ ਕਰਮਾਂ ਦਾ ਨਤੀਜਾ, ਜੋ ਅਸੀਂ ਪਿਛਲੇ ਜਨਮ 'ਚ ਕੀਤੇ ਜਾਂ ਹੁਣ ਕੀਤੇ। ਜਿਹੜੇ ਸੁੱਖ ਆ ਰਹੇ ਨੇ, ਸਾਡੇ ਚੰਗੇ ਕਰਮਾਂ ਦਾ ਨਤੀਜਾ ਹੈ। ਕਰਮ ਹਰ ਇਨਸਾਨ ਨੇ ਆਪਣੇ ਆਪਣੇ ਭੋਗਣੇ ਹੀ ਹਨ। ਹਾਂ, ਇੱਕ ਹੋ ਸਕਦਾ ਵੀ ਅੱਗੇ ਤੋਂ ਕਰ ਲਓ ਤੋਬਾ, ਵੀ ਮੈਂ ਜੀ ਅੱਗੇ ਤੋਂ ਇਹ ਮਾੜਾ ਕੰਮ ਨਹੀਂ ਕਰਦਾ। ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਨਾਮ ਜਪਣਾ ਸ਼ੁਰੂ ਕਰ ਦਿਓ। ਉਹ ਜਿਹੜਾ ਤੁਹਾਡਾ ਕਰਮ ਹੈ, ਫਿਰ ਜਿਹੜੇ ਮਾੜੇ ਕੀਤੇ ਸਨ, ਉਹ ਖਤਮ ਹੋ ਜਾਣਗੇ ਅਤੇ ਕੰਮ ਨਿਬੜ ਜਾਏਗਾ। ਨਹੀਂ ਤਾਂ ਫਿਰ ਗੁਰਬਾਣੀ ਕਹਿੰਦੇ, ਆਪੇ ਬੀਜ ਆਪੇ ਹੀ ਖਾਓ। ਆਪੇ ਬੀਜੀ ਜਾਓ, ਆਪੇ ਹੀ ਉਹਦੇ ਫਲ ਖਾਓ। ਨਾਨਕ ਹੁਕਮੀ ਆਵੋ ਜਾਓ। ਕਿਉਂਕਿ ਅਸੀਂ ਕਰਮ ਕਰਦੇ ਹਾਂ, ਇਸ ਲਈ ਉਹ ਕਰਮਾਂ ਦਾ ਫਲ ਭੋਗਣ ਲਈ ਸਾਨੂੰ ਆਉਣਾ ਜਾਣਾ ਪੈਂਦਾ ਸੰਸਾਰ। ਜਿਹੜਾ ਆਏਗਾ ਉਹ ਜਾਏਗਾ ਵੀ, ਜਿਹਨੇ ਜਨਮ ਲਿਆ ਉਹਨੇ ਮਰਨਾ ਵੀ ਹੈ। ਇਹ ਜੰਮਣ ਮਰਨ ਦਾ ਫਿਰ ਚੱਕਰ ਚੱਲਦਾ ਰਹਿੰਦਾ ਹੈ। ਅੱਗੇ ਕਹਿੰਦੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿੰਨੇ ਵੀ ਅਸੀਂ ਕਰਮ ਕੀਤੇ ਨੇ, ਇੱਕ ਇੱਕ ਕਰਮ ਦਾ ਉੱਥੇ ਵਿਚਾਰਨ ਹੈ, ਕਿਹੜਾ ਚੰਗਾ ਕੀਤਾ, ਕਿਹੜਾ ਮੰਦਾ ਕੀਤਾ। ਫਿਰ ਕਿ ਕਿਉਂ? ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਆਪ ਵੀ ਸੱਚਾ ਹੈ ਅਤੇ ਉਹਦੀ ਕਚਹਿਰੀ ਵੀ ਸੱਚੀ ਹੈ, ਝੂਠਿਆਂ ਦੀ ਨਹੀਂ ਹੈਗੀ। ਪਰਮਾਤਮਾ ਨੂੰ ਕਿਸੇ ਗਵਾਹਾਂ ਦੀ ਲੋੜ ਨਹੀਂ। ਹੁਣ ਤਾਂ ਪੈਸੇ ਦੇ ਕੇ ਝੂਠੇ ਗਵਾਹ ਖੜ੍ਹੇ ਕਰ ਲਏ ਜਾਂਦੇ ਨੇ। ਕਾਤਲ ਨੂੰ ਬਰੀ ਕਰਾ ਲਿਆ ਜਾਂਦਾ, ਅਤੇ ਜਿਹੜਾ ਬਰੀ ਹੋ ਰਿਹਾ ਉਹਨੂੰ ਜਿਹੜਾ ਸਜ਼ਾ ਦਿਲਾ ਦਿੱਤੀ ਜਾਂਦੀ। ਕਿਤੇ ਝੂਠਿਆਂ ਦੀ ਕਚਹਿਰੀ ਹੈ। ਜੱਜ ਆਪ ਤਾਂ ਜਾ ਕੇ ਕਿਤੇ ਵੇਖ ਨਹੀਂ ਸਕਦੇ, ਉਹ ਤਾਂ ਗਵਾਹਾਂ 'ਤੇ ਨਿਰਭਰ ਨੇ। ਜਿਹਦੇ ਵਿਰੁੱਧ ਜ਼ਿਆਦਾ ਗਵਾਹੀਆਂ ਹੋ ਗਈਆਂ, ਬਸ ਗੱਲ ਖਤਮ ਹੋ ਗਈ। ਪਰ ਪਰਮਾਤਮਾ ਨੂੰ ਕਿਸੇ ਗਵਾਹ ਦੀ ਲੋੜ ਨਹੀਂ, ਉਹ ਤਾਂ ਜਾਣੀ ਜਾਣ ਹੈ। ਹੁਣ ਤਾਂ ਪਤਾ ਆਹ ਇਹਨੇ ਚੰਗਾ ਕੀਤਾ, ਆਹ ਇਹਨੇ ਮੰਦਾ ਕੀਤਾ। ਉਹਦੇ ਅਨੁਸਾਰ ਫਿਰ ਸਾਡੀ ਅਗਲੀ ਕਿਸਮਤ ਬਣਦੀ ਹੈ। ਜੋ ਅਸੀਂ ਪਿਛਲੇ ਜਨਮ ਚੰਗੇ ਜਾਂ ਮੰਦੇ ਕਰਮ ਕੀਤੇ, ਉਹ ਸਾਡੀ ਹੁਣ ਕਿਸਮਤ ਬਣ ਗਈ ਹੈ। ਅਸੀਂ ਕਿਸਮਤ ਭੋਗ ਰਹੇ ਹਾਂ। ਜਿਹੜੇ ਹੁਣ ਅਸੀਂ ਕਰਮ ਕਰ ਰਹੇ ਹਾਂ ਚੰਗੇ ਮੰਦੇ, ਸਾਡੀ ਅਗਲੀ ਕਿਸਮਤ ਬਣ ਰਹੀ ਹੈ। ਹਰ ਮਨੁੱਖ ਆਪਣੀ ਕਿਸਮਤ ਬਣਾਉਂਦਾ ਹੈ ਅਤੇ ਫਿਰ ਬਣਾ ਕੇ ਉਸ ਨੂੰ ਭੋਗਦਾ ਰਹਿੰਦਾ ਹੈ। ਫਿਰ ਭਾਵੇਂ ਰੋਈ ਜਾਓ ਚਾਹੇ ਪਿੱਟੀ ਜਾਓ, ਫਿਰ ਰੋਈ ਜਾਓ ਚਾਹੇ ਪਿੱਟੀ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਫਿਰ ਭੋਗਣੇ ਪੈਂਦੇ ਹਨ। ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ। ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ। ਸੱਚਾ ਆਪ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ। ਅੱਗੇ ਕਹਿੰਦੇ, ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ। ਮਸ਼ੱਕਤ ਫਾਰਸੀ ਦਾ ਸ਼ਬਦ ਹੈ। ਇਸ ਨੂੰ ਮਸਕਤ ਨਹੀਂ ਪੜ੍ਹਦੇ ਨਾ, ਇਸ ਨੂੰ ਮਸਕਤ ਨਹੀਂ ਪੜ੍ਹਦੇ ਨਾ। ਕਈ ਮਸਕਤ ਪੜ੍ਹਦੇ ਅਧਿਕ ਲਾ ਕੇ, ਅੱਧਾ ਤਾਂ ਠੀਕ ਪੜ੍ਹਤਾ ਉਹਨਾਂ ਨੇ। ਮਸਕਤ ਨਹੀਂ ਪੜ੍ਹਿਆ, ਮਸਕਤ ਪੜ੍ਹਤਾ। ਪਰ ਫਾਰਸੀ ਦਾ ਨਾਂ ਗਿਆਨ ਹੋਣ ਕਰਕੇ ਮਸਕਤ ਪੜ੍ਹਤਾ। ਜਦੋਂ ਫਾਰਸੀ ਦਾ ਗਿਆਨ ਹੋ ਗਿਆ, ਫਿਰ ਪਤਾ ਲੱਗੇਗਾ ਇਹ ਮਸਕਤ ਨਹੀਂ, ਇਹ ਤਾਂ ਮਸ਼ੱਕਤ ਹੈ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ ਮਸ਼ੱਕਤ, ਉੱਤੇ ਅਧਿਕ ਲਾ ਕੇ ਪੜ੍ਹਨਾ। ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਬਹੁਤ ਭਾਰੀ ਘਾਲਣਾ ਕੀਤੀ ਹੈ, ਕਿਉਂਕਿ ਨਾਮ ਜਪਣਾ ਸੌਖਾ ਕੰਮ ਨਹੀਂ ਹੈ। ਦੇਖਣ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਔਖਾ ਹੈ? ਜੇ ਦੇਖਿਆ ਜੇ ਵਾਹਿਗੁਰੂ ਵਾਹਿਗੁਰੂ ਕਰਨਾ ਕੀ ਔਖਾ ਹੈ, ਪਰ ਕਰਕੇ ਦੇਖੋ ਜੇ ਨਾ 10 ਮਿੰਟਾਂ ਬਾਅਦ ਨੀਂਦ ਆਉਣ ਲੱਗ ਜੇ, ਉਬਾਸੀਆਂ ਆਉਣ ਲੱਗ ਜੇ, ਝਪਕੀਆਂ ਆਉਣ ਲੱਗ ਜੇ, ਨੀਂਦ ਆਉਣ ਲੱਗ ਜੇ, ਤਾਂ ਹੀ ਗੁਰਬਾਣੀ ਕਿਹਾ ਆਖਣ ਔਖਾ ਜਾਣਾ, ਇਹ ਔਖਾ ਹੈ। ਅਤੇ ਫਿਰ ਜਿਹੜਾ ਔਖਾ ਕੰਮ ਕਰਦਾ ਹੈ ਫਿਰ ਉਹ ਬੜੀ ਬਹਾਦਰੀ ਉਸਦੀ ਮਸ਼ੱਕਤ, ਮਿਹਨਤ ਨੂੰ ਕਹਿੰਦੇ ਫਾਰਸੀ ਦੇ ਵਿੱਚ। ਉਹ ਬਹੁਤ ਭਾਰੀ ਘਾਲਣਾ ਘਾਲ ਕੇ ਗਏ ਅਤੇ ਜਿਹਨਾਂ ਨਾਮ ਜਪਿਆ ਨਾਨਕ ਤੇ ਮੁੱਖ ਉਜਲੇ। ਉਹਨਾਂ ਦੇ ਪਰਮਾਤਮਾ ਦੇ ਦਰਬਾਰ 'ਚ ਮੁੱਖ ਉਜਲੇ ਹੁੰਦੇ ਨੇ, ਭਾਈ ਹਾਂ ਭਾਈ ਨਾਮ ਜਪ ਕੇ ਆਇਆ ਹੈ। ਕੀਤੀ ਛੁੱਟੀ ਨਾਲ ਅਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ, ਕਿਉਂਕਿ ਸੰਤਾਂ ਦੀ ਸੰਗਤ ਕਰਨ ਵਾਲਾ ਤਾਂ ਨਾਮ ਜਪੇਗਾ ਹੀ ਜਪੇਗਾ। ਜੇ ਤੁਸੀਂ ਨਾਮ ਜਪਣ ਵਾਲੇ ਦੀ ਸੰਗਤ ਕਰ ਰਹੇ ਹੋ ਤਾਂ ਫਿਰ ਤੁਸੀਂ ਵੀ ਤਾਂ ਨਾਮ ਜਪੋਗੇ, ਤੁਹਾਡਾ ਵੀ ਨਾਲ ਪਾਰ ਉਤਾਰਾ ਹੋ ਜਾਏਗਾ। ਕਹਿੰਦੇ ਉਹਨਾਂ ਦੇ ਤਾਂ ਮੁੱਖ ਉਜਲੇ ਹੋ ਹੀ ਗਏ, ਹੋਰਾਂ ਦੇ ਕਿੰਨਿਆਂ ਦੇ ਜਿਨ੍ਹਾਂ ਨੇ ਸੰਗਤ ਕੀ ਉਹਨਾਂ ਦੇ ਵੀ ਮੁੱਖ ਉਜਲੇ ਹੋ ਗਏ ਪਰਮਾਤਮਾ ਦਰਬਾਰ 'ਚ। ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ। ਮੈਨੂੰ ਔਂਕੜ ਨਹੀਂ ਬੋਲਣਾ, ਮੁਸ਼ੱਕਤ ਨਹੀਂ ਕਹਿਣਾ। ਫਾਰਸੀ ਸ਼ਬਦ ਹੈ, ਔਂਕੜ ਦੇ ਬਿਨਾਂ ਮਸ਼ੱਕਤ। ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਜਿਨੇ ਨਾਮ ਧਿਆਇਆ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ, ਗਏ ਮਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ, ਕੀਤੀ ਛੁੱਟੀ ਨਾਲ। ਅੱਗੇ ਕਹਿੰਦੇ ਮਨ ਏਕ ਨ ਚੇਤਸ ਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲੇ। ਹੇ ਮੂਰਖ ਮਨ, ਏਕ ਬਨੇ ਪਰਮਾਤਮਾ, ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ? ਹਰ ਬਿਸਰਤ, ਹਰੀ ਨੂੰ ਭੁਲਾ ਕੇ ਤੇਰੇ ਗੁਣ ਗਲਿਆ। ਜਿਹੜੇ ਤੂੰ ਗੁਣ ਨਾਲ ਲੈ ਕੇ ਸੀ ਜਨਮ ਵੇਲੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਜਦੋਂ ਗੁਣ ਖਤਮ ਹੋ ਗਏ ਬਾਕੀ ਕੀ ਰਹਿ ਗਏ? ਔਗੁਣ। ਬਸ ਫਿਰ ਬੰਦਾ ਪੁੱਠੇ ਕੰਮ ਕਰਦਾ ਰਹਿੰਦਾ ਅਤੇ ਧੱਕੇ ਖਾਂਦਾ ਰਹਿੰਦਾ। ਨਾਮ ਜਪਿਆ ਨਹੀਂ, ਜਿਹੜੇ ਗੁਣ ਲੈ ਕੇ ਆਏ ਸੀ ਉਹ ਖਤਮ ਹੋ ਗਏ, ਬਾਕੀ ਰਹਿ ਗਏ ਔਗੁਣ। ਅਤੇ ਔਗੁਣ ਜਦੋਂ ਹੋਣਗੇ ਤਾਂ ਪੁੱਠੇ ਕੰਮ ਬੰਦਾ ਕਰੇਗਾ ਅਤੇ ਦੁੱਖ ਭੋਗਦਾ ਰਹੇਗਾ। ਜੇ ਨਾਮ ਜਪਦਾ ਰਹੇ ਗੁਣਾਂ 'ਚ ਵਾਧਾ ਹੋ ਜਾਂਦਾ, ਔਗੁਣ ਕੱਢਦੇ ਜਾਂਦੇ ਹਨ। ਮਨ ਏਕ ਨ ਚੇਤਸ ਮੂੜ ਮਨਾ, ਮਨ ਏਕ ਨ ਚੇਤਸ ਮੂੜ ਮਨਾ, ਮਨ ਏਕ ਨ ਚੇਤਸ ਮੂੜ ਮਨਾ, ਮਨ ਏਕ ਨ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਸ ਲਈ ਨਾਮ ਜਪਦੇ ਰਹੀਦਾ ਤਾਂ ਜੋ ਸਾਡੇ ਗੁਣਾਂ 'ਚ ਵਾਧਾ ਹੁੰਦਾ ਰਹੇ ਅਤੇ ਸਾਡੇ ਔਗੁਣ ਕੱਢਦੇ ਰਹਿਣ। ਅੱਗੇ ਕਹਿੰਦੇ ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਮ। ਬਹੁਤ ਸਾਰੇ ਲੋਕ ਦਰਿਆਵਾਂ 'ਤੇ ਜਾ ਕੇ, ਸਰੋਵਰਾਂ 'ਤੇ ਜਾ ਕੇ ਨਹਾਉਂਦੇ ਨੇ, ਉਹਦੇ ਨਾਲ ਸਰੀਰ ਤਾਂ ਸਾਫ਼ ਹੋ ਜਾਂਦਾ, ਮਨ ਨਹੀਂ ਸਾਫ਼ ਹੁੰਦਾ। ਅਤੇ ਜਿੰਨਾ ਚਿਰ ਮਨ ਨਹੀਂ ਸਾਫ਼ ਹੋਇਆ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
ਸਰੀਰ ਸਾਫ਼ ਕਰ ਲਈ, ਚਾਹੇ ਖੂਹ ਦੇ ਨਾਲ ਹੋ, ਚਾਹੇ ਨਲਕੇ ਦੇ ਨਾਲ ਹੋ, ਚਾਹੇ ਘਰ ਦੀ ਟੂਟੀ ਦੇ ਨਾਲ ਹੋ, ਚਾਹੇ ਦਰਿਆ 'ਚ ਨਾਲ ਹੋ, ਕਿ ਛੱਪੜ 'ਚ ਨਾਲ ਹੋ, ਉਹਦੇ ਨਾਲ ਕੀ ਫਰਕ ਪੈਂਦਾ? ਤਨ ਤਾਂ ਸਾਫ਼ ਹੋ ਜਾਏਗਾ, ਮਨ ਨਹੀਂ ਸਾਫ਼ ਹੁੰਦਾ ਨਹਾਉਣ ਨਾਲ, ਕਿਉਂਕਿ ਪਾਣੀ ਤਾਂ ਬਾਹਰ ਅਸਰ ਕਰਦਾ ਹੈ। ਸੋ ਕਹਿੰਦੇ ਤਨ ਸੁੱਚਾ ਕਿਹੜਾ? ਜਿਸ 'ਚ ਪਰਮਾਤਮਾ ਦਾ ਨਾਮ ਵਸ ਗਿਆ। ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਫਿਰ ਸਾਡਾ ਤਨ ਸੁੱਚਾ ਹੁੰਦਾ ਹੈ। ਨਹਾਉਣ ਨਾਲ ਤਾਂ ਬਾਹਰੋਂ ਸੁੱਚਾ ਹੁੰਦਾ, ਨਾਮ ਜਪਣ ਨਾਲ ਅੰਦਰੋਂ ਸੁੱਚਾ ਹੁੰਦਾ ਹੈ। ਇਸ ਲਈ ਬਾਹਰੋਂ ਵੀ ਨਹਾਉਣਾ। ਸਿੱਖ ਨੂੰ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗ। ਬਾਹਰੋਂ ਵੀ ਨਹਾਉਣਾ ਸਿੱਖ ਨੇ, ਇਸ਼ਨਾਨ ਕਰਨਾ ਹੈ। ਇਹ ਕੰਡੀਸ਼ਨ ਨਹੀਂ ਕਿ ਤੁਸੀਂ ਠੰਡੇ ਪਾਣੀ ਨਾਲ ਕਰਨਾ ਹੈ। ਜਿਹੋ ਜਿਹਾ ਮੌਸਮ ਹੋਵੇ ਉਹਦੇ ਅਨੁਸਾਰ ਪਾਣੀ ਠੰਡਾ ਤੱਤਾ ਤੁਸੀਂ ਕਰ ਸਕਦੇ ਹੋ, ਆਪਣਾ ਇਸ਼ਨਾਨ ਕਰੋ। ਇਸ਼ਨਾਨ ਕਰਨਾ ਸਰੀਰ ਦੀ ਸੁਸਤੀ ਲੈ ਜਾਂਦੀ ਹੈ, ਮੈਲ ਲੈ ਜਾਂਦੀ ਹੈ, ਸਰੀਰ ਸਾਫ਼ ਸੁਥਰਾ ਹੁੰਦਾ, ਐਕਟਿਵ ਹੋ ਜਾਂਦਾ ਹੈ। ਫਿਰ ਨਾਮ ਜਪੋ ਤਾਂ ਜੇ ਮਨ ਸਾਫ਼ ਹੋ ਜਾਏ। ਇਸ ਲਈ ਕਹਿੰਦੇ ਜਦੋਂ ਮਨ ਸੁੱਚਾ ਹੈ ਨਾ, ਅਸਲ 'ਚ ਉਦੋਂ ਹੀ ਤਨ ਸੁੱਚਾ ਹੁੰਦਾ ਹੈ। ਤਨ ਸੁਚਾ ਸੋ ਆਖੀਐ, ਤਨ ਸੁਚਾ ਸੋ ਆਖੀਐ, ਤਨ ਸੁਚਾ ਸੋ ਆਖੀਐ, ਤਨ ਸੁਚਾ ਸੋ ਆਖੀਐ। ਜਿਸ ਮੈਂ ਸਾਚਾ ਨਾਮ, ਜਿਸ ਮੈਂ ਸਾਚਾ ਨਾਮ, ਜਿਸ ਮੈਂ ਸਾਚਾ ਸੋ ਤਾਂ ਕਿ ਮਨ ਮੈਲ ਹੈ, ਸਭ ਕੁਛ ਮੈਲ। ਤਨ ਧੋਤਾ ਮਨ, ਮਨ ਸੁੱਚਾ ਨਹੀਂ ਹੁੰਦਾ। ਮਨ ਨੂੰ ਸੁੱਚਾ ਕਰਨ ਲਈ ਨਾਮ ਜਪਣਾ ਪੈਂਦਾ, ਤਨ ਨੂੰ ਸੁੱਚਾ ਕਰਨ ਲਈ ਨਹਾਉਣਾ ਪੈਂਦਾ। ਅੱਗੇ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਨ ਪਾਈਏ। ਕਿ ਸੰਸਾਰ 'ਚ ਆ ਕੇ ਸੇਵਾ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ, ਫਿਰ ਪਰਮਾਤਮਾ ਦੀ ਦਰਗਾਹ 'ਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਹਾਇਤਾ ਵੀ 3 ਪ੍ਰਕਾਰ ਨਾਲ ਹੁੰਦੀ ਹੈ। ਸਰੀਰ ਨਾਲ ਸੇਵਾ, ਮਨ ਕਰਕੇ, ਧਨ ਕਰਕੇ। ਜੇ ਸਰੀਰ ਨਾਲ ਸੇਵਾ ਕਰ ਸਕਦੇ ਹੋ, ਸਰੀਰ ਨਾਲ ਸੇਵਾ, ਬਹੁਤ ਸਾਰੇ ਲੋਕ ਗੁਰਦੁਆਰਿਆਂ 'ਚ ਜਾ ਕੇ ਕਿ ਉੱਤੇ ਸਰੀਰ ਨਾਲ ਹੀ ਸੇਵਾ ਕਰਦੇ, ਕੋਈ ਝਾੜੂ ਫੇਰਿਆ, ਕੋਈ ਪੋਚਾ ਫੇਰਿਆ, ਕੋਈ ਬਰਤਨ ਮਾਂਜ ਰਿਹਾ, ਕੋਈ ਲੰਗਰ ਤਿਆਰ ਕਰਿਆ, ਕੋਈ ਵਰਤਾ ਰਿਹਾ। ਸਰੀਰ ਕੰਮ ਨਹੀਂ ਕਰਦਾ। ਦੂਜਾ ਮਨ ਨਾਲ ਸੇਵਾ, ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਦਾ ਭਲਾ ਹੋਵੇ ਜਿਹੜੇ ਆਏ ਨੇ। ਤੀਸਰਾ ਮਾਇਆ ਨਾਲ ਸੇਵਾ ਹੈ। ਜੇ ਭਾਈ ਤੁਸੀਂ ਅਮੀਰ ਹੋ, ਮਾਇਆ ਨਾਲ ਸੇਵਾ ਕਰਦੇ। ਸੇਵਾ ਜਿਹੜਾ ਕਰਦਾ ਫਿਰ ਉਹਨੂੰ ਪਰਮਾਤਮਾ ਦੀ ਦਰਗਾਹ 'ਚ ਬੈਠਣ ਨੂੰ ਥਾਂ ਮਿਲਦੀ ਹੈ। ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ। ਤਾਂ ਦਰਗਾਹ ਬੈਸਨ ਪਾਈਐ, ਤਾਂ ਦਰਗਾਹ ਬੈਸਨ ਪਾਈਐ, ਤਾਂ ਦਰਗਾਹ ਬੈਸਨ ਪਾਈਐ। ਦਰਗਾਹ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ। ਇਸ ਨੂੰ ਦਰਗਾਹ ਨਹੀਂ ਪੜ੍ਹਨਾ, ਉਹ ਤਾਂ ਹਿੰਦੀ ਦਾ ਜੇ ਹੁੰਦਾ ਤਾਂ ਪੜ੍ਹਦੇ ਦਰਗਾਹ। ਫਾਰਸੀ ਦੇ ਵਿੱਚ ਅਖੀਰ 'ਤੇ ਹਾਹਾ ਲੱਗਾ ਅਤੇ ਉਹਦਾ ਪਹਿਲਾ ਅੱਖਰ ਮੁਕਤਾ ਨਾ, ਉਹ ਕੰਨਾਂ ਲਾ ਕੇ ਬੋਲਿਆ ਜਾਂਦਾ। ਹੁਣ ਇੱਥੇ ਗੱਗਾ ਮੁਕਤਾ ਹੈ, ਇਸ ਲਈ ਜੇ ਬੋਲਣਾ ਹੈ ਗੱਗੇ ਨੂੰ ਕੰਨਾਂ ਲਾ ਕੇ ਬੋਲਣਾ, ਸਿਹਾਰੀ ਆਪੇ ਖਤਮ ਹੋ ਜਾਂਦੀ। ਦਰਗਾਹ ਸਿਹਾਰੀ ਇਸ ਲਈ ਹੈ, ਦਰਗਾਹ ਵਿੱਚ, ਇਹ ਵਿੱਚ ਦਾ ਭਾਵ ਦਿੰਦੀ ਤਾਂ ਕਰਕੇ। ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ, ਵਿੱਚ ਦੁਨੀਆ ਸੇਵ ਕਮਾਈਐ। ਤਾਂ ਦਰਗਾਹ ਬੈਸਨ ਪਾਈਐ, ਤਾਂ ਦਰਗਾਹ ਬੈਸਨ ਪਾਈਐ, ਤਾਂ ਦਰਗਾਹ ਬੈਸਨ ਅੱਗੇ ਕਹਿੰਦੇ ਭਾਈ ਰੇ ਗੁਰ ਬਿਨ ਗਿਆਨ ਨ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ। ਗਿਆਨ 2 ਪ੍ਰਕਾਰ ਦਾ ਹੁੰਦਾ। ਇੱਕ ਤਾਂ ਸੰਸਾਰੀ ਗਿਆਨ ਹੈ, ਇਹ ਅਖਬਾਰਾਂ ਰਾਹੀਂ,
ਰਸਾਲਿਆਂ ਰਾਹੀਂ, ਕਿਤਾਬਾਂ ਰਾਹੀਂ, ਰੇਡੀਓ ਰਾਹੀਂ, TV ਰਾਹੀਂ ਤੁਸੀਂ ਇਹ ਗਿਆਨ ਪ੍ਰਾਪਤ ਕਰ ਸਕਦੇ ਹੋ। ਇੱਕ ਹੁੰਦਾ ਰੱਬੀ ਗਿਆਨ, ਉਹ ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਇਹ ਰੱਬੀ ਗਿਆਨ ਜਿੱਥੇ ਪਤਾ ਨਹੀਂ, ਸੰਸਾਰੀ ਗਿਆਨ ਦੀ ਨਹੀਂ ਹੈਗੀ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਹੇ ਭਾਈ, ਰੱਬੀ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ। ਚਾਹੇ ਬ੍ਰਹਮਾ ਜੀ ਨੂੰ ਪੁੱਛ ਲਓ, ਚਾਹੇ ਨਾਰਦ ਜੀ ਨੂੰ ਪੁੱਛ ਲਓ, ਚਾਹੇ ਰਿਸ਼ੀ ਵੇਦ ਵਿਆਸ ਨੂੰ ਪੁੱਛ ਲਓ, ਸਾਰੇ ਇਹੀ ਕਹਿਣਗੇ ਭਾਈ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਇਹਨਾਂ ਸਾਰਿਆਂ ਨੇ ਗੁਰੂ ਧਾਰਨ ਕੀਤੇ ਹੋਏ ਸਨ। ਭਾਈ ਰੇ ਗੁਰ ਬਿਨ ਗਿਆਨ ਨ ਹੋਏ। ਭਾਈ ਰੇ ਗੁਰ ਬਿਨ ਗਿਆਨ ਨ ਹੋਏ। ਭਾਈ ਰੇ ਬਿਨ ਭਾਈ ਰੇ ਗੁਰ ਬਿਨ ਗਿਆਨ ਨ ਹੋਏ। ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸ ਕੋਇ। ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸ ਕੋਇ। ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸ ਕੋਇ। ਅੱਗੇ ਗੁਰੂ ਮਹਾਰਾਜ ਕਹਿੰਦੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੂਰ ਇੱਕ ਹੁੰਦਾ ਸੂਰ, ਗੁਰਬਾਣੀ ਨੇ ਸੱਸਣ ਦਲੰਕਰ ਆਰਾ ਸੂਰ, ਉਹਦਾ ਅਰਥ ਹੈ ਸੂਰਜ। ਜਿਹੜਾ ਆ ਗਲੀਆਂ 'ਚ ਗੰਦਮੰਦ ਖਾਂਦਾ ਉਹਨੂੰ ਕਹਿੰਦੇ ਸੂਰ। ਆਪਾਂ ਆਮ ਭਾਸ਼ਾ 'ਚ ਉਹਨੂੰ ਸੂਰ ਕਹਿੰਦੇ ਹਾਂ, ਗੁਰਬਾਣੀ 'ਚ ਉਹਦੇ ਸਪੈਲ ਨੇ ਸੂਰ। ਜਿਹੜਾ ਪਰਾਇਆ ਹੱਕ ਖਾਂਦਾ, ਜਿਹੜਾ ਹਰਾਮ ਦੀ ਕਮਾਈ ਖਾਂਦਾ, ਉਸ ਸੂਰ। ਮੁਸਲਮਾਨਾਂ ਨੂੰ ਨਾ ਸੂਰ ਖਾਣਾ ਮੁਹੰਮਦ ਸਾਹਿਬ ਨੇ ਮਨ੍ਹਾ ਕੀਤਾ ਹੋਇਆ, ਇਸ ਲਈ ਮੁਸਲਮਾਨ ਸੂਰ ਨਹੀਂ ਖਾਂਦੇ। ਪਰ ਜਿਹੜਾ ਮੁਸਲਮਾਨ ਪਰਾਇਆ ਹੱਕ ਖਾਂਦਾ, ਸਮਝੋ ਸੂਰ ਖਾ ਰਿਹਾ ਹੈ, ਪਾਪ ਲੱਗਦਾ ਹੈ। ਉਸ ਗਾਏ ਅਤੇ ਜਿਹੜੇ ਹਿੰਦੂ ਨੇ ਇਹਨਾਂ ਨੂੰ ਗਊ ਖਾਣਾ ਮਨ੍ਹਾ ਕੀਤਾ ਹੋਇਆ ਹੈ। ਐਂ ਸਮਝੋ ਜੇ ਹਰਾਮ ਦੀ ਕਮਾਈ ਕਰ, ਸਮਝੋ ਗਊ ਖਾ ਰਹੇ ਨੇ, ਪਾਪ ਲੱਗਦਾ ਹੈ। ਇਸ ਲਈ ਸਿੱਖ ਧਰਮ 'ਚ ਹੈ 10 ਨੂੰਹਾਂ ਦੀ ਕਿਰਤ ਕਰਨੀ। ਕੋਈ ਚੋਰੀ ਨਹੀਂ ਕਰਨੀ, ਕੋਈ ਡਾਕਾ ਨਹੀਂ ਮਾਰਨਾ, ਕੋਈ ਠੱਗੀ ਨਹੀਂ ਕਰਨੀ, ਕੋਈ ਮਿਲਾਵਟ ਨਹੀਂ ਕਰਨੀ, ਕੋਈ ਧੋਖਾਧੜੀ ਨਹੀਂ ਕਰਨੀ, ਕੋਈ ਰਿਸ਼ਵਤ ਨਹੀਂ ਲੈਣੀ, ਕਿਹਦਾ ਕੋਈ ਘਰ ਨਹੀਂ ਦੱਬ ਲੈਣਾ, ਪਲਾਟ ਨਹੀਂ ਦੱਬ ਲੈਣਾ, ਪੈਸੇ ਲੈ ਕੇ ਮੁੱਕਰ ਨਹੀਂ ਜਾਣਾ। 10 ਨੂੰਹਾਂ ਦੀ ਕਿਰਤ ਕਰਨੀ, ਨਹੀਂ ਤਾਂ ਫਿਰ ਪਾਪ ਲੱਗੇਗਾ। ਮੁਸਲਮਾਨ ਨੂੰ ਇੰਨਾ ਪਾਪ ਲੱਗਦਾ ਹਰਾਮ ਦੀ ਕਮਾਈ, ਜਿਵੇਂ ਨੇ ਸੂਰ ਖਾ ਲਿਆ ਹੋਵੇ, ਅਤੇ ਸਿੱਖਾਂ ਨੂੰ ਅਤੇ ਹਿੰਦੂਆਂ ਨੂੰ ਇੰਨਾ ਪਾਪ ਲੱਗਦਾ ਜਿਵੇਂ ਉਹਨੇ ਗਊ ਖਾ ਲਈ ਹੋਵੇ। ਪਰ ਦੇਖੋ ਮੇਰਾ 90% ਤੇ ਸੂਰ ਅਤੇ ਗਊ ਖਾ ਰਹੇ ਨੇ। ਬਹੁਤ ਥੋੜ੍ਹੇ ਰਹਿ ਗਏ ਜਿਹੜੇ 10 ਨੂੰਹਾਂ ਦੀ ਕਿਰਤ ਵਾਲੇ ਨੇ। ਉਹਨਾਂ ਕੋਲ ਜੀ ਗੁਜ਼ਾਰਾ ਹੀ ਨਹੀਂ ਹੁੰਦਾ ਜੀ, ਅੱਗੋਂ ਫਿਰ ਬਹਾਨੇ ਬਣਾਉਂਦੇ ਨੇ। ਖਾਈ ਜਾਓ ਅਤੇ ਫਿਰ ਭੋਗੀ ਜਾਓ। ਭੋਗਣਾ ਤਾਂ ਆਪ ਹੀ ਹੈ। ਅੱਜ ਅਸੀਂ ਹਰਾਮ ਦੀ ਕਮਾਈ ਖਾਂਦੇ ਹਾਂ, ਫਿਰ ਅਗਲੇ ਜਨਮਾਂ ਸਾਡੇ ਘਰ ਚੋਰੀਆਂ ਹੋ ਜਾਂਦੀਆਂ, ਡਾਕੇ ਪੈ ਜਾਂਦੇ ਨੇ, ਸਾਡੀ ਕੋਈ ਜੇਬ ਕੱਟ ਲੈਂਦਾ, ਸਾਡੇ 'ਤੇ ਕੋਈ ਮੁਕੱਦਮਾ ਚੱਲ ਜਾਂਦਾ, ਸਾਨੂੰ ਕੋਈ ਪੁਲਿਸ ਫੜ ਲੈਂਦੀ, ਕੋਈ ਵਕੀਲ ਸਾਡੇ ਤੋਂ ਲੈ ਜਾਏ, ਸਾਹਿਬ ਉੱਥੇ ਹੀ ਆ ਜਾਂਦਾ। ਜਾਏਗਾ ਕਿਤੇ, ਜਾਏਗਾ ਕਿੱਥੇ? ਭੋਗਣਾ ਤਾਂ ਆਪ ਹੀ ਹੈ। ਪਰ ਮਨੁੱਖ ਨੂੰ ਗਿਆਨ ਨਾ ਹੋਣ ਕਰਕੇ ਜਿਉਂ ਲੱਗਿਆ ਹੈ ਮਾਇਆ ਇਕੱਠੀ ਕਰਨ। ਫਿਰ ਜੇ ਭੋਗਣਾ ਪੈਂਦਾ ਫਿਰ ਹੱਲ ਕੋਈ ਨਹੀਂ ਲੱਭਦਾ, ਕੀਤਾ ਕੀ ਜਾਏ। ਫਿਰ ਕਹਿੰਦੇ ਗੁਰੂ, ਜਿਹੜਾ ਗੁਰੂ ਹੈ, ਪੀਰ ਹੈ, ਉਹ ਤਾਂ ਹਾਮੀ ਭਰੇਗਾ। ਜਾਂ ਮੁਰਦਾਰ ਨਾ ਖਾਏ। ਮੁਰਦਾਰ ਹੁੰਦਾ ਹਰਾਮ ਦੀ ਕਮਾਈ। ਗੁਰੂ ਪੀਰ ਵੀ ਤਾਂ ਹੀ ਸਾਡੀ ਮਦਦ ਕਰਨਗੇ ਜੇ ਅਸੀਂ ਹਰਾਮ ਦੀ ਕਮਾਈ ਨਹੀਂ ਖਾਂਦੇ। ਜਿਸ ਬੰਦੇ ਨੂੰ ਹਰਾਮ ਦੀ ਕਮਾਈ, ਕੋਈ ਗੁਰੂ ਦੀ ਸਹਾਇਤਾ ਨਹੀਂ ਕਰਦੇ ਔਖੇ ਵੇਲੇ। ਹਰਾਮ ਦੀ ਕਮਾਈ ਕਰਦਾ, ਫੜਿਆ ਗਿਆ, ਪੁਲਿਸ ਨੇ ਫੜ ਲਿਆ, ਜਿੰਨੇ ਮਰਜ਼ੀ ਖੰਡ ਪਾਠ ਕਰਾ ਲਓ, ਜੋ ਮਰਜ਼ੀ ਕਰ ਲਓ, ਨਹੀਂ ਗੁਰੂ ਮਰ ਮਾਫ ਕਰਦੇ। ਕਹਿੰਦੇ ਅਸੀਂ ਤੈਨੂੰ ਕਿਹਾ ਸੀ ਹਰਾਮ ਦੀ ਕਮਾਈ ਕਰ,
ਸਾਡੇ ਤੋਂ ਪਹਿਲਾਂ ਪੁੱਛਣਾ ਸੀ। ਕਈ ਮੇਰੇ ਕੋਲ ਆ ਜਾਣਗੇ, ਉਹ ਜੀ ਅਸੀਂ ਜੇ ਫਲਾਣੇ ਨੂੰ ਪੈਸੇ ਤੇ ਉਧਾਰ ਜੀ ਸਾਡੇ ਮੋੜਦਾ ਨਹੀਂ। ਮੈਂ ਤੁਸੀਂ ਮੈਨੂੰ ਪੁੱਛਣ ਆਏ ਪਹਿਲਾਂ? ਉਦੋਂ ਤੁਸੀਂ ਪੈਸੇ ਦੇਤੇ ਉਧਾਰੇ, ਹੁਣ ਜੇ ਵਕਤ ਫੜੇ ਕੋਲ ਹੁਣ ਬਾਬਾ ਯਾਦ ਆ ਗਿਆ। ਪਹਿਲਾਂ ਨਹੀਂ ਸੀ ਯਾਦ ਵੀ ਅਸੀਂ ਫਲਾਣਾ ਸਾਡੇ ਤੋਂ ਪੈਸੇ ਮੰਗਦੇ ਸੀ, ਉਹਨੂੰ ਦੇ ਦਈਏ ਜੀ। ਫਿਰ ਅਸੀਂ ਗੁਰੂਆਂ ਨੂੰ ਪੁੱਛਦੇ ਵੀ ਮੋੜੇਗਾ ਕਿ ਨਹੀਂ ਮੋੜੇਗਾ। ਉਦੋਂ ਤੁਸੀਂ ਆਪਣੀ ਮਰਜ਼ੀ ਕਰਦੇ ਹੋ, ਜਦੋਂ ਮੁਸੀਬਤ ਨੂੰ ਫੜੇ ਜਾਂਦੇ ਹੋ ਉਦੋਂ ਫਿਰ ਬਾਬੇ ਯਾਦ ਆ ਜਾਂਦੇ ਨੇ। ਹਾਂਜੀ, ਫਿਰ ਪਹਿਲੇ ਪੁੱਛ ਲਿਆ ਕਰੋ ਵੀ ਹਾਂਜੀ ਅਸੀਂ ਆਹ ਕਰਨ ਲੱਗੇ, ਕਰ ਲਈਏ। ਜਦੋਂ ਮੈਂ ਨਾ ਕਰਾਂ ਤਾਂ ਦੱਸੋ, ਪੁੱਛ ਸਕਦੇ ਹੋ ਤੁਸੀਂ। ਕਿਸੇ ਦਿਨ ਵੀ 4 ਵਜੇ ਆ ਕੇ ਪੁੱਛ ਲਓ, 4 ਤੋਂ 5 ਆਉਣਾ ਪੈਣਾ। ਘਰ ਬੈਠਿਆ ਨਹੀਂ ਮੈਂ ਕਿਸੇ ਨੂੰ ਦੱਸਣਾ। ਹਾਂਜੀ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਵੀ ਟੈਲੀਫੋਨਾਂ 'ਤੇ ਹੀ ਮੈਂ ਤੁਹਾਨੂੰ ਦੱਸਦਾ ਰਹਾਂ। ਇਸ ਲਈ ਕੋਈ ਵੀ ਕੰਮ ਕਰਨਾ ਹੈ, ਖਾਸ ਕਰ ਜਿਸ 'ਚ ਰਿਸਕ ਹੈ, ਉਹ ਪਹਿਲਾਂ ਪੁੱਛ ਲਓ। ਇਸ ਲਈ ਗੁਰੂ ਪੀਰ ਵੀ ਤਾਂ ਹੀ ਸਾਡੀ ਸਹਾਇਤਾ ਕਰਨਗੇ ਜੇ ਅਸੀਂ ਦੱਸਣ ਉਹਨਾਂ ਦੀ ਕਿਰਤ ਖਾਂਦੇ ਹਾਂ। ਜੇ ਸਾਡਾ ਅਸੀਂ ਕਰਦੇ ਹੀ ਪੁੱਠੇ ਕੰਮ, ਫਿਰ ਠੀਕ ਆ ਕੇ ਭੋਗੀ ਜਾਓ ਬਈ, ਭੋਗੀ ਜਾਓ। ਕਈ ਆ ਜਿਹੜੇ ਮੇਰੇ ਕੋਲ, ਮੈਂ ਜੀ ਤੁਹਾਡੇ ਮੁੰਡੇ ਨੂੰ ਸਜ਼ਾ ਹੋਵੇਗੀ, ਜੇ ਕੋਈ ਹੱਲ ਦੱਸੋ। ਮੈਂ ਕਿਉਂ? ਤੁਹਾਡੇ ਮੁੰਡੇ ਨੇ ਪੁੱਠਾ ਕੰਮ ਕੀਤਾ, ਹੁਣ ਮੈਂ ਕੀ ਤੇ ਉਹਦੇ ਪਾੜ ਦਿੰਦਾ ਰਹਾਂ ਉਹਨੂੰ, ਭੋਗੋ ਹੁਣ ਪੁੱਠੇ ਕੰਮ ਕੀ। ਹਾਂ, ਇੱਥੇ ਅੱਜ ਦਾ ਹੁਕਮਨਾਮੇ ਜੀ ਤੁਹਾਡੇ ਮੁੰਡੇ ਦਾ ਕੋਈ ਕਸੂਰ ਨਹੀਂ ਹੈ, ਉਹਨੂੰ ਸ਼ੱਕ ਦੇ ਆਧਾਰ 'ਤੇ ਜਾਂ ਸ਼ਰਾਰਤ ਦੇ ਆਧਾਰ 'ਤੇ ਫੜਿਆ, ਅਸੀਂ ਪਾੜ ਦੇਣ ਨੂੰ ਤਿਆਰ, ਅਸੀਂ ਸਭ ਕੁਝ ਕਰਨ ਨੂੰ ਤਿਆਰ ਹਾਂ। ਗਲਤ ਕੰਮ ਕਰਦੇ ਹੋ, ਭੋਗੋ। ਅਸੀਂ ਤੁਹਾਡੇ ਗਲਤ ਕੰਮਾਂ 'ਚ ਤੁਹਾਡੇ ਸ਼ਰੀਕ ਨਹੀਂ ਬਣਨਾ ਕਿਸੇ ਤਰ੍ਹਾਂ ਵੀ। ਹਾਂਜੀ, ਗੁਰੂ ਫਿਰ ਮੈਨੂੰ ਕਹਿਣਗੇ ਵੀ ਜਦੋਂ ਤੂੰ ਬਾਣੀ ਪੜ੍ਹਾਉਣੇ ਕਿ ਜਿਹੜਾ ਵੀ ਹਰਾਮ ਦੀ ਕਮਾਈ ਖਾਂਦਾ ਹੈ ਗੁਰੂ ਉਹਦੀ ਸਹਾਇਤਾ ਹੀ ਨਹੀਂ ਕਰਦਾ, ਅਤੇ ਤੂੰ ਸਾਨੂੰ ਕਹਿਣਾ ਜੀ ਇਹਦੀ ਸਹਾਇਤਾ ਕਰੋ ਜੀ। ਮੈਂ ਕਿਸ ਮੂੰਹ ਨਾਲ ਕਹਾਂ? ਇੱਕ ਬੰਦਾ ਰਿਸ਼ਵਤ ਲੈਂਦਾ, ਫੜਿਆ ਕੇ ਉਹਦੀ ਘਰ ਵਾਲੇ ਮੇਰੇ ਕੋਲ ਆਏ ਜੀ, ਉਹ ਬਾਬਾ ਜੀ ਮੇਰੇ ਘਰ ਵਾਲਾ ਫੜਿਆ ਗਿਆ, ਹੁਣ ਮੈਂ ਕੀ ਕਰਾਂ ਬਈ? ਜੇ ਮੈਂ ਕੋਈ ਪਾੜ ਦਿੰਦਾ, ਗੁਰੂ ਮਹਾਰਾਜ ਮੇਰੇ ਨਾਲ ਨਾਰਾਜ਼ ਹੁੰਦੇ ਨੇ ਵੀ ਕੀ ਗੱਲ ਹੈ। ਜਦੋਂ ਅਸੀਂ ਨਹੀਂ ਉਹਦੀ ਹਾਮੀ ਭਰ ਰਹੇ ਤੂੰ ਫਿਰ ਕਿਉਂ ਪਾੜ ਦਿੰਦਾ ਵੀ? ਇਸ ਲਈ ਅਸੀਂ ਗਲਤ ਕੰਮਾਂ ਲਈ ਪਾਠ ਨਹੀਂ ਦਿੰਦੇ, ਆਪਣਾ ਕਰੋ ਅਤੇ ਭਰੋ। ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ। ਉਸ ਸੂਅਰ ਉਸ ਗਾਏ, ਉਸ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਪਰੇ, ਗੁਰ ਪੀਰ ਹਮ ਤਾਂ ਪਰੇ, ਗੁਰ ਪੀਰ ਹਮ ਤਾਂ ਪਰੇ, ਗੁਰ ਪੀਰ ਹਮ ਤਾਂ ਪਰੇ। ਜਾਂ ਮੁਰਦਾਰ ਨ ਖਾਏ, ਜਾਂ ਮੁਰਦਾਰ ਨ ਖਾਏ, ਅੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਾਮਨ ਲੋੜੈ ਸੋਇ ਨਾ ਰੂਪਾ। ਕਾਮਨ ਔਰਤ ਨੂੰ ਕਹਿੰਦੇ ਨੇ, ਪਤਨੀ। ਪਤਨੀ ਚਾਹੁੰਦੀ ਉਹਦੇ ਕੋਲ ਸੋਨਾ ਹੋਵੇ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਚਾਂਦੀ ਹੋਵੇ। ਮਿੱਤਰ ਲੋੜੈਣ ਸੋ ਖਾ ਦਿੱਤਾ, ਮਿੱਤਰ ਚਾਹੁੰਦੇ ਲਈ ਖੁਆ ਪਿਆ, ਦੋਸਤ ਪਲਾ ਵੀ ਘੁੱਟ ਲਿਆ ਕੁਛ ਬਜ਼ਾਰੋਂ। ਮਿੱਤਰ ਖਾਣਾ ਪੀਣਾ ਚਾਹੁੰਦੇ ਨੇ। ਜਨਾਨੀ ਗਹਿਣੇ ਚਾਹੁੰਦੀ ਹੈ, ਸੋਨੇ ਚਾਹੁੰਦੀ ਤੇ। ਨਾਨਕ ਪਾਪ ਕਰੇ ਤਿਨ ਕਾਰਨ, ਇਹਨਾਂ ਦੀ ਖਾਤਰ ਮਨੁੱਖ ਹਰਾਮ ਦੀ ਕਮਾਈ ਕਰਦਾ, ਫਿਰ ਪਾਪ ਕਰਦਾ। ਜਾਸੀ ਜੰਪੁਰ ਬਾਂਧਾਤਾ, ਜਮਾ ਨੇ ਬੰਨ੍ਹ ਕੇ ਨਾ ਇਹਨੂੰ ਜੰਪੁਰੀ 'ਚ ਲੈ ਜਾਣਾ। ਚੱਲ ਵੀ ਆ ਜਾ ਤੈਨੂੰ ਦੱਸਦੇ ਹਾਂ। ਇਸ ਲਈ ਕਿਸੇ ਦੇ ਲਈ ਕੋਈ ਮਾੜੇ ਕੰਮ ਨਹੀਂ ਕਰੀਦੇ ਹੁੰਦੇ। ਅਰੇ ਕਹ ਮੈਨੂੰ ਇੰਨੀ ਆਮਦਨ ਹੈ, ਗੁਜ਼ਾਰਾ ਹੁੰਦਾ ਕਰ ਲਓ, ਨਹੀਂ ਆਪਣਾ ਕਮਾ ਕੇ ਖਾ ਲਓ, ਮੈਂ ਤੁਹਾਡੇ ਲਈ ਪੁੱਠੇ ਕੰਮ ਨਹੀਂ ਕਰਨੇ। ਮੈਨੂੰ ਕੀ ਲੋੜ ਹੈ? ਤੁਸੀਂ ਤਾਂ ਖਾ ਪੀ ਕੇ ਹੋ ਜਾਓਗੇ, ਕੁੱਟ ਮੈਨੂੰ ਪਈ ਜਾਣੀ ਉੱਥੇ। ਕੁੱਟ ਤਾਂ ਜਿਹੜਾ ਹਰਾਮ ਦੀ ਕਮਾਈ ਕਰਕੇ ਲੈ ਗਿਆ ਉਹਨੂੰ ਪਏਗੀ, ਜਿਹੜੇ ਖਾਣ ਲਓ ਉਹਨਾਂ ਨੂੰ ਕੀ ਹੈ? ਉਹਦੇ ਲੈ ਉਹਨੇ ਪਾਪ ਤਾਂ ਉਹਨੇ ਕੀਤਾ ਹੈ, ਭੋਗੋ ਕਰੀ ਜਾਵੇ। ਹੁਣ ਖਾਈ ਜੋ ਕੁੱਟ ਉੱਥੇ। ਪਰ ਨਾ ਗਿਆਨ ਹੋਣ ਕਰਕੇ ਲਿਆਉਣਗੇ 5-10 ਹਜ਼ਾਰ ਰੁਪਏ, ਆ ਚੱਕ ਕੀ ਯਾਦ ਰੱਖੇਂਗੀ? ਕੋਈ ਨਹੀਂ ਯਾਦ ਰਹੀ, ਜਦੋਂ ਤੇ ਪਏ ਨਾ ਅਗਲੇ ਡਾਂਗਾਂ ਫੇਰੀਆਂ ਸਿਰ 'ਤੇ ਫਿਰ ਪਤਾ ਲੱਗੂ। ਚੱਕ ਕੀ ਯਾਦ ਰੱਖੇਂਗੀ? ਹਾਂ, ਉਹ ਤਾਂ ਯਾਦ ਰੱਖੂਗੀ, ਹਾਏ ਵੇ ਉਹ ਪੈਸੇ ਦੇਣ ਵਾਲਾ ਮਰ ਗਿਆ, ਉਹ ਤਾਂ ਯਾਦ ਰੱਖੂ। ਤੂੰ ਆਪਣਾ ਖਿਆਲ ਕਰ।
ਕਾਮਨ ਲੋੜੈ ਸੋਇ ਨ ਰੂਪਾ, ਕਾਮਨ ਲੋੜੈ ਸੋਇ ਨ ਰੂਪਾ, ਕਾਮਨ ਲੋੜੈ ਸੋਇ ਨ ਰੂਪਾ, ਕਾਮਨ ਲੋੜੈ ਸੋਇ ਨ ਰੂਪਾ। ਮਿੱਤਰ ਲੋੜੈਨ ਸੁਖਾ ਦਾਤਾ, ਮਿੱਤਰ ਲੋੜੈਨ ਸੁਖਾ ਦਾਤਾ, ਮਿੱਤਰ ਲੋੜੈਨ ਸੁਖਾ ਦਾਤਾ, ਮਿੱਤਰ ਲੋੜੈਨ ਸੁਖਾ ਦਾਤਾ। ਨਾਨਕ ਪਾਪ ਕਰੇ ਤਿਨ ਕਾਰਨ, ਨਾਨਕ ਪਾਪ ਕਰੇ ਤਿਨ ਕਾਰਨ, ਨਾਨਕ ਪਾਪ ਕਰੇ ਤਿਨ ਕਾਰਨ, ਨਾਨਕ ਪਾਪ ਕਰੇ ਤਿਨ ਕਾਰਨ। ਜਾਸੀ ਜੰਪੁਰ ਬਾਂਧਾਤਾ, ਜਾਸੀ ਜੰਪੁਰ ਬਾਂਧਾਤਾ, ਜਾਸੀ ਜੰਪੁਰ ਬਾਂਧਾਤਾ, ਜਾਸੀ ਜੰਪੁਰ ਬਾਂਧਾਤਾ। ਇਸ ਲਈ ਭਾਈ ਦਸਾਂ ਦੀ ਕਿਰਤ ਕਰਨੀ ਚਾਹੀਦੀ, ਚਾਹੇ ਲੂਣ ਮਿਰਚਾਂ ਨਾਲ ਖਾਣੀ ਪੈ ਜਾਏ। ਲੂਣ ਮਿਰਚਾਂ ਨਾਲ ਰੋਟੀ ਬੜੀ ਸਵਾਦ ਲੱਗਦੀ ਹੈ, ਖਾ ਕੇ ਦੇਖਿਆ ਕਰੋ। ਜੇ ਲੂਣ ਮਿਰਚ ਸਵਾਦ ਜ਼ਰੂਰੀ ਤਾਂ ਦਾਲਾਂ ਸਬਜ਼ੀਆਂ ਦੀ ਲੋੜ ਹੈ। ਮੈਂ ਕਈ ਵਾਰੀ ਸਾਰੀ ਸਬਜ਼ੀ ਵਰਤਾਰ ਦਿਆ ਕਰ, ਦਾਲ ਤਾਂ ਜਿਹੜੇ ਹੇਠਾਂ ਪਤੀਲੇ ਨੂੰ ਲੱਗੀ ਹੁੰਦੀ ਸੀ ਉਹਦੇ ਨਾਲ ਰੋਟੀ ਖਾ ਲਿਆ ਕਰਦੇ। ਮੈਂ ਸਾਰੀ ਮੁੱਕ ਜੋ ਉਹਦੇ ਨਾਲ ਖਾ ਲਓ, ਹੋਰ ਉੱਥੇ ਕੀ ਹੈ। ਨਹੀਂ ਤਾਂ ਅਚਾਰ ਨਾਲ ਖਾ ਲਓ, ਅਚਾਰ ਵੀ ਨਹੀਂ ਤਾਂ ਲੂਣ ਮਿਰਚਾਂ ਨਾਲ ਖਾ ਲਓ, ਇਹ ਕੀ ਹੈ। ਉਹ ਵੀ ਨਹੀਂ, ਪਾਣੀ ਨਾਲ ਖਾ ਲਓ। ਰੋਟੀ ਖਾਣ ਦੀ ਜਾਚ ਆਉਣੀ ਚਾਹੀਦੀ ਹੈ। ਮੈਂ ਪਾਣੀ ਨਾਲ ਵੀ ਖਾ ਖਾ ਕੇ ਵੇਖੀ ਹੈ ਵੀ ਰੱਬ ਨਾ ਕਰੇ ਕੋਈ ਐਸਾ ਸਮਾਂ ਆ ਜਾਏ ਜਦੋਂ ਰੋਟੀ ਇੱਕ ਮਿਲੇ, ਉਹ ਵੀ ਅਣਚੋਪੜੀ ਮਿਲੇ, ਉਹ ਵੀ ਠੰਡੀ ਮਿਲੇ, ਅਤੇ ਨਾਲ ਪਾਈਏ ਪੀਣ ਨੂੰ ਪਾਣੀ ਮਿਲੇ, ਇਹਦੇ 'ਚ ਗੁਜ਼ਾਰਾ ਕਰਨਾ। ਮੈਂ ਇਸ ਤਰ੍ਹਾਂ ਵੀ ਖਾ ਕੇ ਵੇਖੀ, ਉਹ 'ਚ ਵੀ ਆਨੰਦ ਹੈ। ਖਾਣੀ ਆਉਣੀ ਚਾਹੀਦੀ, ਬਸ ਜਾਚ ਆਉਣੀ ਚਾਹੀਦੀ। ਰੋਟੀ ਖਾਣੀ ਕਿਵੇਂ, ਉਹ ਖਾਣੀ ਨਹੀਂ ਆਉਂਦੀ। ਅਸੀਂ ਪਸ਼ੂ ਵੀ ਜਿਹੜੇ ਪਹਿਲਾਂ ਤੇਜ਼ ਤੇ ਖਾਣੇ ਮਗਰ ਚੁਗਾਲੀ ਕਰਦੇ ਨੇ, ਅਸੀਂ ਤਾਂ ਤੇਜ਼ ਤੇ ਖਾਣੇ ਮਗਰ ਚੁਗਾਲੀ ਵੀ ਕੋਈ ਨਹੀਂ ਕਰਦੇ। ਸਾਡੇ ਤਾਂ ਹਜਮ ਹੀ ਨਹੀਂ ਹੁੰਦੀ ਅੰਦਰ, ਉਹ ਪਿਆ ਉਸੇ ਤਰ੍ਹਾਂ ਹਾਂਜੀ ਬੁਰਕੀ ਚਬਾ ਕੇ ਖਾਓ, ਉਸੇ 'ਚ ਹੀ ਆਨੰਦ ਹੈ। ਕਿਉਂਕਿ ਜਦੋਂ ਜੀਭ 'ਤੇ ਕੋਈ ਚੀਜ਼ ਜਾਂਦੀ ਸਵਾਦ ਉਦੋਂ ਪਤਾ ਲੱਗਦਾ। ਬੁਰਕੀ ਛੋਟੀ ਜਿਹੀ ਪਾਓ, ਦੰਦਾਂ ਚੱਬੀ ਜਾਓ, 40 ਵਾਰੀ ਚਬਾਓ, ਪਾਣੀ ਬਣ ਜਾਏਗੀ, ਲੰਘ ਗਈ। ਪਾਣੀ ਦਾ ਕੋਈ ਸਵਾਦ ਹੀ ਨਹੀਂ ਹੁੰਦਾ, ਲੰਘ ਜਾਏਗੀ ਬਸ। ਲੋੜ ਹੀ ਨਹੀਂ, ਦਾਲ ਸਬਜ਼ੀ ਲੂਣ ਮਿਰਚਾਂ ਕਿਸੇ ਦੀ ਲੋੜ ਨਹੀਂ ਹੈਗੀ। ਅਤੇ ਐਵੇਂ 2 ਰੋਟੀਆਂ ਦੇ ਪਿੱਛੇ ਬੰਦਾ ਪਾਪ ਕਰਦਾ। 2-3 ਰੋਟੀਆਂ ਖਾਣੀਆਂ, 2-3 ਕੱਪੜੇ ਪਾਉਣੇ, ਹੋਰ ਉੱਥੇ ਕੀ ਹੈ, ਹੋਰ ਕੀ ਉੱਥੇ। ਜਦੋਂ ਅਕਲ ਆਵੇਗੀ ਤਾਂ ਸੋਝੀ ਬਖਸ਼ੇ ਨਾ ਪਰਮਾਤਮਾ, ਪਤਾ ਕੀ ਹੋਏਗਾ। ਉਹ ਮਨਾ ਆਹ 2-3 ਰੋਟੀਆਂ ਖਾਣੀਆਂ, 2-3 ਕੱਪੜੇ ਪਾਉਣੇ, ਕਿਉਂ ਐ ਵਕਤ ਨੂੰ ਫੜਿਆ। ਬਸ ਉਸ ਤੋਂ ਬਾਅਦ ਆਨੰਦ ਹੀ ਆਨੰਦ ਹੈ ਜ਼ਿੰਦਗੀ 'ਚ। ਨਹੀਂ ਤਾਂ ਬੇਆਨੰਦ ਹੀ ਰਹੋਗੇ, ਚਾਹੇ ਕਰੋੜਾਂ ਰੁਪਏ ਇਕੱਠੇ ਕਰ ਲਓ। ਸੋ ਗੁਰੂ ਮਹਾਰਾਜ ਕਹਿੰਦੇ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਰੈਣ ਰਾਤ ਨੂੰ ਕਹਿੰਦੇ ਨੇ, ਹਿੰਦੀ ਦਾ ਸ਼ਬਦ ਹੈ। ਰਾਤ ਸੌਂ ਕੇ ਗਵਾ ਲਈ, ਦਿਵਸ ਗਵਾਇਆ ਖਾਏ, ਦਿਨੇ ਖਾਣ ਪੀਣ ਗਵਾ ਲਿਆ। ਸਵੇਰੇ ਖਾ ਲਈ, ਫਿਰ 10-11 ਵਜੇ ਖਾ ਲਈ, ਫਿਰ 2 ਵਜੇ ਖਾ ਲਈ, ਫਿਰ 5 ਵਜੇ ਚਾਹ ਨਾ ਕੋਈ ਖਾ ਲਿਆ, ਰਾਤ ਨੂੰ ਖਾ ਲਈ। ਦਿਨ ਖਾਂਦਿਆਂ ਲੰਘਾਤਾ, ਰਾਤ ਸੁੱਤਿਆਂ ਲੰਘਾਤੀ ਹੈ। ਹੀਰੇ ਜੈਸਾ ਜਨਮ ਹੈ, ਇਹ ਮਨੁੱਖਾ ਜੀਵਨ ਹੀਰੇ ਵਰਗਾ ਕੀਮਤੀ ਮਿਲਿਆ ਸੀ, ਕੌਡੀ ਬਦਲੇ ਜਾਏ। ਪਰ ਇਹ ਕੌਡੀ ਦੇ ਬਦਲੇ ਜਾ ਰਿਹਾ ਹੈ, ਕੀਮਤ ਨਹੀਂ ਮਨੁੱਖ ਇਸ ਦੀ ਕੋਈ ਪਾ ਰਿਹਾ ਹੈ। ਆਇਆ ਸੀ ਨਾਮ ਜਪਣ, ਸੌਂ ਕੇ ਲੰਘਾਤੇ, ਖਾਣ ਪੀਣ 'ਤੇ ਲੰਘਾਤੇ। ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ। ਅੱਗੇ ਕਹਿੰਦੇ, ਸੂਚੀ ਕਾਇਆ ਹਰ ਗੁਣ ਗਾਇਆ। ਕਾਇਆ ਹਿੰਦੀ ਦਾ ਸ਼ਬਦ ਹੈ, ਕਾਇਆ ਆੜੇ ਨੂੰ ਕੰਨਾ ਬਿੰਦੀ ਲਾ ਕੇ ਪੜੋ, ਪੰਜਾਬੀ ਦਾ ਹੋ ਜਾਏਗਾ।
ਇਸ ਲਈ ਕਾਇਆ ਹਿੰਦੀ ਦਾ ਸ਼ਬਦ ਹੈ ਸਰੀਰ। ਸੂਚੀ ਕਾਇਆ ਹਰ ਗੁਣ ਗਾਇਆ। ਹਰੀ ਦੇ ਗੁਣ ਗਾ ਕੇ ਸਾਡਾ ਸਰੀਰ ਸੁੱਚਾ ਹੁੰਦਾ ਹੈ। ਫਿਰ ਅੱਖਾਂ ਸੁੱਚੀਆਂ ਹੋ ਜਾਂਦੀਆਂ, ਕੰਨ ਸੁੱਚੇ ਹੋ ਜਾਂਦੇ ਨੇ, ਮੂੰਹ ਸੁੱਚਾ ਹੋ ਜਾਂਦਾ ਹੈ, ਹੱਥ ਸੁੱਚੇ ਹੋ ਜਾਂਦੇ ਨੇ, ਪੈਰ ਸੁੱਚੇ ਹੋ ਜਾਂਦੇ ਨੇ। ਸੁੱਚੀਆਂ ਅੱਖਾਂ ਨਾਲ ਜੋ ਤੁਸੀਂ ਕਿਸੇ ਵੱਲ ਵੇਖੋਗੇ ਨਾ, ਉਹਨੂੰ ਨਿਹਾਲ ਕਰ ਦੋਗੇ। ਸੁੱਚੇ ਕੰਨਾਂ ਨਾਲ ਤੁਸੀਂ ਗਾਉਂਦੇ ਗੀਤ ਨਹੀਂ ਸੁਣਦੇ, ਫਿਰ ਕੀਰਤਨ ਸੁਣੋਗੇ, ਬਾਣੀ ਸੁਣੋਗੇ। ਜਦੋਂ ਸੁੱਚਾ ਮੂੰਹ ਹੋ ਜਾਏਗਾ, ਕਿਸੇ ਦੀ ਨਿੰਦਿਆ ਨਹੀਂ ਕਰੋਗੇ, ਗਾਲਾਂ ਨਹੀਂ ਮੂੰਹ ਚੋਂ ਕੱਢੋਗੇ, ਮਿੱਠਾ ਬੋਲੋਗੇ। ਹੱਥ ਸੁੱਚੇ ਹੋ ਜਾਏ, ਜਿਹਨੂੰ ਛੋਹ ਦੇਗਾ ਉਹ ਵੀ ਪਵਿੱਤਰ ਹੋ ਜਾਏਗਾ। ਪੈਰ ਸੁੱਚੇ ਜੋ ਹੋ ਜਾਏ ਨਾ, ਜਿੱਥੇ ਪੈਰ ਧਰੋਗੇ ਧਰਤੀ ਸੁੱਚੀ ਹੋ ਜਾਂਦੀ ਹੈ। ਉਹ ਹਰੀ ਦੇ ਗੁਣ ਗਾ ਗਾ ਕੇ ਸਰੀਰ ਸੁੱਚਾ ਹੋਣਾ। ਸੂਚੀ ਕਾਇਆ ਹਰ ਗੁਣ ਗਾਇਆ, ਸੂਚੀ ਕਾਇਆ ਹਰ ਗੁਣ ਗਾਇਆ। ਸੂਚੀ ਕਾਇਆ ਹਰ ਗੁਣ ਗਾਇਆ, ਸੂਚੀ ਕਾਇਆ ਹਰ ਗੁਣ ਗਾਇਆ। ਇਸ ਲਈ ਹਰੀ ਦੇ ਗੁਣ ਗਾਓ, ਭਾਵ ਸਿਮਰਨ ਕਰੋ, ਬਾਣੀ ਪੜ੍ਹੋ, ਪਾਪ ਕਰਮ ਕੋਈ ਨਾ ਕਰੋ, ਕੀਰਨ ਸਭ ਕੁਝ ਸੁੱਚਾ ਹੋ ਜਾਏਗਾ। ਅੱਗੇ ਕਹਿੰਦੇ ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗਣਤ ਹੋਵੇ। ਊਤਮ ਸੰਗਤ, ਉੱਤਮ ਵਧੀਆ ਸੰਗਤ, ਸਤ ਸੰਗਤ। ਵਧੀਆ ਸੰਗਤ ਕਰਕੇ ਬੰਦਾ ਵਧੀਆ ਹੋ ਜਾਂਦਾ ਹੈ, ਕੁਦਰਤੀ ਗੱਲ ਹੈ। ਜਿਹੋ ਜਿਹੀ ਤੁਸੀਂ ਸੰਗਤ ਕਰੋਗੇ ਉਹਦਾ ਅਸਰ ਤੁਹਾਡੇ 'ਤੇ ਪੈਣਾ ਹੀ ਪੈਣਾ। ਜੈਸੀ ਸੰਗਤ ਵੈਸੀ ਰੰਗਤ। ਵਧੀਆ ਸੰਗਤ ਕਰਕੇ ਇਨਸਾਨ ਵਧੀਆ ਹੋ ਜਾਂਦਾ ਹੈ। ਫਿਰ ਉਹ ਕੀ ਕਰਦਾ? ਗੁਣ ਕੋ ਧਾਵੇ। ਉਹ ਗੁਣ ਇਕੱਠੇ ਕਰਨ ਲਈ ਭੱਜ ਨੱਠ ਕਰਦਾ। ਅਵਗਣਤ ਹੋਵੇ, ਆਪਣੇ ਅੰਦਰੋਂ ਔਗਣਾਂ ਨੂੰ ਧੋ ਲੈਂਦਾ ਹੈ। ਸਤ ਸੰਗਤ ਕਰਦਾ, ਨਾਮ ਜਪਦਾ, ਆਪਣੇ ਅੰਦਰੋਂ ਔਗਣ ਧੋ ਲੈਂਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਹੈ। ਇਸ ਲਈ ਸਤ ਸੰਗਤ, ਗੁਰੂ ਦੀ ਸੰਗਤ ਨੂੰ ਸਭ ਤੋਂ ਉੱਤਮ ਸੰਗਤ ਗਿਣਿਆ ਗਿਆ ਹੈ। ਗੁਰੂ ਦੀ ਸੰਗਤ ਕਰੋ ਜਾਂ ਕਿਸੇ ਸਾਧੂ ਦੀ ਸੰਗਤ ਕਰੋ, ਫਿਰ ਉਹਦੇ ਨਾਲ ਕੀ ਹੁੰਦਾ? ਗੁਣਾਂ 'ਚ ਵਾਧਾ ਹੋ ਜਾਂਦਾ ਹੈ, ਔਗਣ ਖਤਮ ਹੋ ਜਾਂਦੇ ਹਨ। ਊਤਮ ਸੰਗਤ ਊਤਮ ਹੋਵੇ, ਊਤਮ ਸੰਗਤ ਊਤਮ ਹੋਵੇ। ਊਤਮ ਸੰਗਤ ਊਤਮ ਹੋਵੇ, ਊਤਮ ਸੰਗਤ ਊਤਮ ਹੋਵੇ। ਗੁਣ ਕੋ ਧਾਵੇ ਅਵਗਣ ਧੋਵੇ, ਗੁਣ ਕੋ ਧਾਵੇ ਅਵਗਣ ਧੋਵੇ। ਗੁਣ ਕੋ ਧਾਵੇ ਅਵਗਣ ਧੋਵੇ, ਗੁਣ ਕੋ ਧਾਵੇ ਅਵਗਣ ਧੋਵੇ। ਅੱਗੇ ਕਹਿੰਦੇ ਜਿਸ ਨੂੰ ਆਪ ਖੁਆਏ ਕਰਤਾ, ਖੁਆਏ ਦਾ ਖੁਆਰ ਕਰਨਾ। ਜਿਸ ਨੂੰ ਆਪ ਖੁਆਏ ਕਰਤਾ, ਖੁਸ ਲੈ ਚੰਗਿਆਈ। ਜਿਹਨੂੰ ਪਰਮਾਤਮਾ ਖੁਆਰ ਕਰਨਾ ਚਾਹੁੰਦੇ ਨੇ, ਉਸ ਤੋਂ ਚੰਗਿਆਈ ਖੋਹ ਲੈਂਦਾ। ਫਿਰ ਮਾੜੇ ਕੰਮ ਕਰਦਾ ਅਤੇ ਬਸ ਖੁਆਰ ਹੁੰਦਾ। ਪਰਮਾਤਮਾ ਜਿਹਨੂੰ ਵਧੀਆ ਬਣਾਉਣ ਨੂੰ ਚੰਗਿਆਈ ਦੇ ਦਿੰਦਾ ਹੈ, ਜਿਹਨੂੰ ਖੁਆਰ ਕਰਨਾ ਉਸ ਤੋਂ ਚੰਗਿਆਈ ਖੋਹ ਲੈਂਦਾ। ਬਸ ਖੁਸ਼ ਹੁੰਦਾ ਖੋਹ ਲੈਣਾ। ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਆਪ ਖੁਆਏ ਕਰਤਾ। ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਆਪ ਖੁਆਏ ਕਰਤਾ। ਖੁਸ ਲੈ ਚੰਗਿਆਈ, ਖੁਸ ਲੈ ਚੰਗਿਆਈ। ਖੁਸ ਲੈ ਚੰਗਿਆਈ, ਖੁਸ ਲੈ ਚੰਗਿਆਈ। ਅੱਗੇ ਕਹਿੰਦੇ ਦਦੈ ਦੋਸ਼ ਨ ਦੇਊ ਕਿਸੇ, ਦੋਸ਼ ਕਰਮਾਂ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰਜਨ। ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ ਵੀ ਮੈਂ ਮਾੜੇ ਕੰਮ ਕੀਤੇ ਇਸ ਲਈ ਦੁੱਖ ਭੋਗ ਰਿਹਾ ਹਾਂ। ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਇਹਨੇ ਮੈਨੂੰ ਮੇਰੇ ਨਾਲ ਐਂ ਕੀਤਾ ਹੈ। ਮੇਰੇ ਆਪਣੇ ਕਰਮ ਹੀ ਦੁੱਖ ਦਾ ਕਾਰਨ ਬਣਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੁਝ ਮੈਂ ਕੀਤਾ ਸੀ ਉਹਦਾ ਫਲ ਮੈਨੂੰ ਮਿਲ ਗਿਆ ਹੈ। ਦੋਸ਼ ਨਾ ਦੀਜੈ ਅਵਰਜਨਾ। ਇਸ ਲਈ ਭਾਈ ਦੂਜਿਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਆਪਣੇ ਕਰਮਾਂ ਨੂੰ ਦੋਸ਼ ਦਿਓ ਕਿ ਮੈਂ ਕਰਮ ਹੀ ਪਿਛਲੇ ਜਨਮ 'ਚ ਐਸੇ ਕੀਤੇ ਜਿਸ ਕਾਰਨ ਅੱਜ ਮੈਨੂੰ ਦੁੱਖ ਮਿਲ ਰਿਹਾ, ਗਰੀਬੀ ਮਿਲੀ ਹੈ, ਮੁਸੀਬਤਾਂ ਮਿਲੀਆਂ ਹਨ। ਗਰੀਬੀ ਮਿਲੀ ਹੈ,
ਪਿਛਲੇ ਜਨਮ 'ਚ ਲੁੱਟਾਂ ਖੋਹਾਂ ਕੀਤੀਆਂ, ਹਰਾਮ ਦੀ ਕਮਾਈ ਕੀਤੀ, ਚੋਰੀਆਂ ਕੀਤੀਆਂ, ਲੋਕਾਂ ਨਾਲ ਠੱਗੀਆਂ ਕੀਤੀਆਂ, ਇਸ ਜਨਮ 'ਚ ਗਰੀਬੀ ਮਿਲ ਗਈ। ਹੋਰ ਕੀ, ਪਿਛਲੇ ਜਨਮ ਪੁੰਨ ਦਾਨ ਕੀਤਾ, ਭਲਾ ਕੀਤਾ, ਇਸ 'ਚ ਅਮੀਰੀ ਮਿਲ ਗਈ ਹੈ। ਇਸ ਲਈ ਗੁਰਬਾਣੀ ਕਹਿੰਦੇ ਕਿਸੇ ਨੂੰ ਨਹੀਂ ਦੋਸ਼ ਦੇਣਾ ਚਾਹੀਦਾ, ਆਪਣੇ ਕਰਮਾਂ ਨੂੰ ਦੋਸ਼ ਦੇਣਾ ਚਾਹੀਦਾ, ਅਤੇ ਅੱਗੇ ਤਾਂ ਆਪਣੇ ਕਰਮ ਠੀਕ ਕਰਨੇ ਚਾਹੀਦੇ, ਵੀ ਕਰਮ ਹੀ ਭੋਗਣੇ ਨੇ। ਹਾਂਜੀ, ਦਦੈ ਦੋਸ਼ ਨ ਦੇਉ ਕਿਸੈ, ਦੁੱਧੈ ਦੋਸ਼ ਨ ਦੇਉ ਕਿਸੈ, ਦੋਸ਼ ਕਰਮ ਆਪਣਿਆ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, 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 ਦੋਸ਼ ਨ ਦੀਜੈ ਅਵਰ ਜਨਾ, ਦੋਸ਼ ਨ ਦੀਜੈ ਅਵਰ ਜਨਾ, ਦੋਸ਼ ਨ ਦੀਜੈ ਅਵਰ ਜਨਾ, ਦੋਸ਼ ਨ ਦੀਜੈ ਅਵਰ ਜਨਾ। ਅੱਗੇ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਹੇ ਪਰਮਾਤਮਾ, ਤੇਰਾ ਨਾਮ ਹੈ ਨਿਰੰਕਾਰ। ਨਿਰੰਕਾਰ ਦਾ ਸ਼ਬਦ ਇਹ ਅਰਥ ਹੈ ਨਿਰ ਆਕਾਰ, ਜਿਹਦਾ ਆਕਾਰ ਹੀ ਕੋਈ ਨਹੀਂ। ਕਹਿੰਦੇ ਤੇਰਾ ਨਾਮ ਨਿਰੰਕਾਰ ਹੈ, ਨਾਏ ਲੈ, ਤੇਰਾ ਨਾਮ ਲੈਣ ਨਾਲ ਨਰਕ ਨਾ ਜਾਏ। ਬੰਦਾ ਨਰਕਾਂ 'ਚ ਨਹੀਂ ਜਾਂਦਾ, ਨਾਮ ਜਪਣ ਵਾਲਾ ਬੰਦਾ ਨਰਕਾਂ 'ਚ ਨਹੀਂ ਜਾਂਦਾ। ਅਤੇ ਨਰਕ ਦਾ ਵਿਰੋਧੀ ਸ਼ਬਦ ਕੀ ਹੈ? ਸਵਰਗ। ਫਿਰ ਸਵਰਗਾਂ ਨੂੰ ਜਾਏ, ਜੇ ਨਰਕਾਂ ਨੂੰ ਨਹੀਂ ਜਾਏ ਤਾਂ ਫਿਰ ਸਵਰਗਾਂ ਨੂੰ ਜਾਏਗਾ। ਇਸ ਲਈ ਨਾਮ ਜਪਦੇ ਰਹਿਣਾ ਚਾਹੀਦਾ। ਨਾਉ ਤੇਰਾ ਨਿਰੰਕਾਰ ਹੈ, ਨਾਉ ਤੇਰਾ ਨਿਰੰਕਾਰ ਹੈ, ਨਾਉ ਤੇਰਾ ਨਿਰੰਕਾਰ ਹੈ, ਨਾਉ ਤੇਰਾ ਨਿਰੰਕਾਰ ਹੈ। ਨਾਏ ਲੈ ਨਰਕ ਨ ਜਾਈਏ, ਨਾਏ ਲੈ ਨਰਕ ਨ ਜਾਈਏ, ਅੱਗੇ ਕਹਿੰਦੇ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਤਤ ਹੁੰਦੇ ਨਿਚੋੜ। ਸਾਰੀਆਂ ਚੰਗਿਆਈ ਦਾ ਨਿਚੋੜ ਕੀ ਹੈ? ਮਿੱਠਾ ਮਿੱਠਾ ਬੋਲਣਾ ਅਤੇ ਨਿਮਰਤਾ ਨਾ ਰਹਿਣਾ। ਜੇ 'ਚ ਦੋ ਗੁਣ ਨੇ ਸਮਝੋ 'ਚ ਸਾਰੀਆਂ ਚੰਗਿਆਈਆਂ ਨੇ। ਮਿੱਠਾ ਬੋਲਣਾ ਹੈ, ਨਿਮਰਤਾ ਨਾ ਰਹਿਣਾ, ਕੌੜਾ ਨਹੀਂ ਬੋਲਣਾ, ਹੰਕਾਰ ਨਹੀਂ ਕਰਨਾ। ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ, ਮਿੱਠਤ ਨੀਵੀ ਨਾਨਕਾ। ਗੁਣ ਚੰਗਿਆਈਆਂ ਤਤ, ਗੁਣ ਚੰਗਿਆਈਆਂ ਤਤ, ਗੁਣ ਚੰਗਿਆਈਆਂ ਤਤ, ਗੁਣ ਚੰਗਿਆਈਆਂ ਤਤ। ਅੱਗੇ ਕਹਿੰਦੇ ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈ। ਅਲੱਗ ਜੀ ਰੱਬ ਕਿਵੇਂ ਮਿਲਦਾ ਹੈ? ਗੁਰੂ ਇੱਕੋ ਲਾਈਨ 'ਚ ਨਿਬੇੜਤਾ। 1430 ਸਫੇ ਵੀ ਪੜ੍ਹਨ ਦੀ ਲੋੜ ਨਹੀਂ, ਇੱਕੋ ਗੱਲ ਯਾਦ ਰੱਖਣੀ। ਕਹੋ ਨਾਨਕ ਸੱਚ ਧਿਆਈਐ, ਸੱਚ ਪਰਮਾਤਮਾ ਨੂੰ ਕਹਿੰਦੇ। ਹੇ ਭਾਈ ਪਰਮਾਤਮਾ ਦਾ ਨਾਮ ਜਪੋ, ਫਿਰ ਕੀ ਹੋਵੇਗਾ? ਸੁਚ ਹੋਵੇ, ਤੁਹਾਡਾ ਮਨ ਹੋ ਜਾਊਗਾ ਸੁੱਚਾ। ਸੱਚ ਪਾਈਏ, ਫਿਰ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਬਸ ਕਹਿੰਦੇ ਨਾਮ ਜਪੋ, ਤੁਹਾਡਾ ਮਨ ਸੁੱਚਾ ਹੋ ਜਾਏਗਾ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸ਼ਰਤ ਇੱਕ ਹੈ ਕਿ ਨਾ ਮਾੜਾ ਕੰਮ ਨਹੀਂ ਮੁੜ ਕੇ ਕਰਨਾ, ਨਹੀਂ ਤਾਂ ਫਿਰ ਮਨ ਮੈਲਾ ਕਰ ਲਓਗੇ। ਜੇ ਅਸੀਂ ਦੋ ਕੰਮ ਕਰੀ ਗਏ, ਚੋਰੀਆਂ ਵੀ ਕਰੀ ਗਏ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਗਏ ਅਤੇ ਨਿਤਨੇਮ ਵੀ ਕਰੇ, ਗਲਤ ਬਣਨੀ ਕੋਈ ਨਹੀਂ ਹੈਗੀ। ਜੋ ਵਾਹਿਗੁਰੂ ਕਰਕੇ ਨਿਤਨੇਮ ਕਰਕੇ ਮਨ ਪਵਿੱਤਰ ਕੀਤਾ, ਚੋਰੀ ਕਰਕੇ ਮੈਲਾ ਕਰ ਲਿਆ, ਗਲਤੀ ਉੱਥੇ ਹੀ ਆ ਗਈ। ਨਿਤਨੇਮ ਸਵੇਰੇ ਕਰਕੇ 5 ਬਾਣੀ ਪੜ੍ਹ ਗਏ, ਦਫ਼ਤਰ ਜਾ ਕੇ ਰਿਸ਼ਵਤ ਲੈ ਲਈ, ਗਲਤੀ ਉੱਥੇ ਹੀ ਆ ਗਈ, ਫਿਰ ਮੈਲਾ ਹੋ ਗਿਆ। ਸਾਰੀ ਉਮਰ ਲੱਗੇ ਰਹੋ, ਕਈ ਜਨਮ ਲੱਗੇ ਰਹੋ, ਨਹੀਂ ਗੱਲ ਬਣਦੀ। ਕਹੋ ਨਾਨਕ ਸੱਚ ਧਿਆਈਐ, ਕਹੋ ਨਾਨਕ ਸੱਚ ਧਿਆਈਐ, ਕਹੋ ਨਾਨਕ ਸੱਚ ਧਿਆਈਐ, ਕਹੋ ਨਾਨਕ ਸੱਚ ਧਿਆਈਐ।
ਸੁਚ ਹੋਵੈ ਤਾਂ ਸੱਚ ਪਾਈਐ, ਸੁਚ ਹੋਵੈ ਤਾਂ ਸੱਚ ਪਾਈਐ। ਅੱਗੇ ਕਹਿੰਦੇ ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਸਰੀਰ ਧੋ ਲੈ, ਪਿੰਡਾ ਧੋ ਲੈ। ਸੂਚੇ ਸਹੀ ਨਾਨਕਾ ਕਹਿੰਦੇ ਸੁੱਚੇ ਤੇ ਉਹ ਨੇ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਵਸ ਗਿਆ। ਜਦੋਂ ਮਨ 'ਚ ਪਰਮਾਤਮਾ ਵਸ ਗਿਆ ਬਸ ਸਭ ਕੁਝ ਸੁੱਚਾ ਹੋ ਜਾਂਦਾ ਹੈ। ਸੂਚੇ ਇਹ ਨਾ ਆਖੀਏ, ਸੂਚੇ ਇਹ ਨਾ ਆਖੀਏ, ਬਹਿਨ ਜੇ ਪਿੰਡਾ ਧੋਏ, ਬਹਿਨ ਜੇ ਪਿੰਡਾ ਧੋਏ, ਬਹਿਨ ਜੇ ਪਿੰਡਾ ਧੋਏ, ਬਹਿਨ ਜੇ ਪਿੰਡਾ ਧੋਏ। ਸੂਚੇ ਸਈ ਨਾਨਕਾ, ਸੂਚੇ ਸਈ ਨਾਨਕਾ, ਸੂਚੇ ਸਈ ਨਾਨਕਾ, ਸੂਚੇ ਸਈ ਨਾਨਕਾ। ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ, ਜਿਨ ਮਨ ਵਸਿਆ ਸੋਏ। ਅੱਗੇ ਗੁਰੂ ਮਹਾਰਾਜ ਕਹਿੰਦੇ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਜੋ ਵੀ ਇਸ ਸੰਸਾਰ 'ਚ ਆਇਆ ਉਹਨੇ ਜਾਣਾ ਹੀ ਜਾਣਾ ਇੱਥੋਂ। ਜਦੋਂ ਉਹਦੀ ਵਾਰੀ ਆ ਗਈ ਉਦੋਂ ਉੱਥੇ ਤੋਂ ਤੁਰ ਜਾਣ, ਅਤੇ ਵਾਰੀ ਸਭ ਦੀ ਆਉਣੀ ਹੈ। ਜੋ ਆਇਆ ਸੋ ਚੱਲਸੀ, ਜੋ ਆਇਆ ਸੋ ਚੱਲਸੀ, ਜੋ ਆਇਆ ਸੋ ਚੱਲਸੀ, ਜੋ ਆਇਆ ਸੋ ਚੱਲਸੀ। ਸਭ ਕੋਈ ਆਈ ਵਾਰੀ ਹੈ, ਸਭ ਕੋਈ ਆਈ ਵਾਰੀ ਹੈ, ਸਭ ਕੋਈ ਆਈ ਵਾਰੀ ਹੈ, ਸਭ ਕੋਈ ਆਈ ਵਾਰੀ ਹੈ। ਵਾਰੀ ਪਹਿਲਾਂ ਬੱਚੇ ਦੀ ਵੀ ਆ ਸਕਦੀ ਹੈ, ਪਹਿਲਾਂ ਜਵਾਨ ਦੀ ਵੀ ਆ ਸਕਦੀ ਹੈ, ਪਹਿਲਾਂ ਬੁੱਢੇ ਦੀ ਵੀ ਆ ਸਕਦੀ ਹੈ। ਇਹ ਨਹੀਂ ਕਿ ਪਹਿਲਾਂ ਬੱਚੇ ਦੀ ਆਉਣੀ ਫਿਰ ਜਵਾਨ ਦੀ ਫਿਰ ਬੁੱਢੇ ਦੀ ਆਉਣੀ, ਇਸ ਤਰ੍ਹਾਂ ਨਹੀਂ। ਵਾਰੀ ਕਿਸੇ ਦੀ ਵੀ ਕਿਸੇ ਵੇਲੇ ਆ ਸਕਦੀ ਹੈ। ਅੱਗੇ ਕਹਿੰਦੇ ਸੂਚੈ ਭਾਂਡਾ ਸਾਚ ਸਮਾਵੈ, ਵਿਰਲੇ ਸੂਚਾ ਚਾਰੀ। ਭਾਂਡਾ ਇਤ ਭਾਵ ਮਨ ਤੋਂ ਹੈ, ਹਿਰਦਾ। ਸੂਚੈ ਭਾਂਡਾ, ਸੁੱਚੇ ਹਿਰਦੇ ਵਿੱਚ ਸਾਚ ਸਮਾਵੈ, ਪਰਮਾਤਮਾ ਦਾ ਨਾਮ ਵਸਦਾ ਹੈ। ਸੁੱਚੇ ਭਾਂਡੇ 'ਚ ਹੀ ਪਰਮਾਤਮਾ ਦਾ ਨਾਮ ਟਿਕਦਾ ਹੈ। ਸੁੱਚੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਟਿਕਦਾ ਹੈ, ਮੈਲੇ ਮਨ 'ਤੇ ਨਹੀਂ ਟਿਕਦਾ ਹੈ। ਵਿਰਲੇ ਸੂਚਾ ਚਾਰੀ, ਪਰ ਸੁੱਚੇ ਹੈ ਨਹੀਂ ਵਿਰਲੇ ਟਾਵੇਂ। ਸੁੱਚੇ ਮਨ ਵਾਲੇ, ਸੁੱਚੇ ਭਾਂਡੇ ਵਾਲੇ ਤਾਂ ਹੈ ਨਹੀਂ ਵਿਰਲੇ ਟਾਵੇਂ, ਪਰ ਸੁੱਚੇ ਭਾਂਡੇ ਦੇ ਵਿੱਚ ਹੀ ਸੱਚ ਸੰਬੰਧ ਹੈ। ਸੂਚੈ ਭਾਂਡੇ ਸਾਚ ਸਮਾਵੈ, ਸੂਚੈ ਭਾਂਡੇ ਸਾਚ ਸਮਾਵੈ, ਸੂਚੈ ਭਾਂਡੇ ਸਾਚ ਸਮਾਵੈ, ਸੂਚੈ ਭਾਂਡੇ ਸਾਚ ਸਮਾਵੈ। ਵਿਰਲੇ ਸੂਚਾ ਚਾਰੀ, ਵਿਰਲੇ ਸੂਚਾ ਚਾਰੀ, ਵਿਰਲੇ ਸੂਚਾ ਚਾਰੀ, ਵਿਰਲੇ ਸੂਚਾ ਚਾਰੀ। ਅੱਗੇ ਕਹਿੰਦੇ ਵਿਣ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਧਾਵੈ ਦਾ ਭੱਜ ਨੱਠ ਕਰਨਾ, ਜਿੰਨਾ ਮਰਜ਼ੀ ਹੈ ਭੱਜ ਨੱਠ ਕਰ ਲਓ, ਭਾਗਾਂ ਤੋਂ ਬਿਨਾਂ ਕੁਛ ਨਹੀਂ ਮਿਲਦਾ। ਸਿਆਣੇ ਕਹਿੰਦੇ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਕਿਉਂ? ਤੁਸੀਂ ਕਿਤੇ ਚਲੇ ਜਾਓ, ਤੁਹਾਡੀ ਕਿਸਮਤ ਦੇ ਨਾਲ ਹੀ ਜਾਣੀ ਹੈ। ਹਾਂ, ਕਿਸਮਤ ਛੱਡ ਜਾਓ ਇੰਡੀਆ 'ਚ ਅਤੇ ਫਿਰ ਤੁਸੀਂ ਆਸਟ੍ਰੇਲੀਆ ਚਲੇ ਜਾਓ, ਪਰ ਫਿਰ ਤਾਂ ਹੋਰ ਗੱਲ ਹੈ। ਆਸਟ੍ਰੇਲੀਆ ਗਏ, ਕਿਸਮਤ ਵੀ ਨਾਲ ਹੀ ਲੈ ਗਏ। ਕਿਸਮਤ ਹੀ ਬਦਲਣੀ ਹੈ ਬਸ। ਜਿੱਥੇ ਵੀ ਹੋ ਬਾਣੀ ਪੜ੍ਹ ਕੇ ਨਾਮ ਜਪ ਕੇ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਮਾੜੀ ਕਿਸਮਤ ਮਿਲ ਗਈ ਕੋਈ ਗੱਲ ਨਹੀਂ, ਜੋ ਮਿਲ ਗਈ ਕਿ ਸਾਡੇ ਕਰਮ ਇਹੋ ਜਿਹੇ ਸਾਨੂੰ ਮਾੜੀ ਕਿਸਮਤ ਮਿਲ ਗਈ ਹੈ, ਉਸ ਨੂੰ ਹੁਣ ਚੰਗੀ ਬਣਾਇਆ ਜਾ ਸਕਦਾ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਨਾਮ ਜਪੀ ਜਾਓ, ਨਾਮ ਜਪੀ ਜਾਓ। ਇੱਕ ਦਿਨ A ਕਲਾਸ ਕਿਸਮਤ ਹੋ ਜਾਏਗੀ।
ਕਿਸਮਤ ਭੈੜੇ ਵੀ ਅਸੀਂ ਆਪ ਹੀ ਬਣਾਈ ਕਰਮਾਂ ਕਰਨ, ਅਤੇ ਚੰਗੀ ਵੀ ਆਪ ਹੀ ਬਣਾ ਸਕਦੇ, ਕਿਸੇ ਨੇ ਤਾਂ ਬਣਾਉਣੀ ਕੋਈ ਨਹੀਂ। ਦੂਜੇ ਦਾ ਤੁਹਾਨੂੰ ਢੰਗ ਤਰੀਕਾ ਦੱਸ ਸਕਦੇ ਨੇ ਕਿ ਤੂੰ ਆਪਣੀ ਕਿਸਮਤ ਨੂੰ ਕਿਵੇਂ ਬਦਲ ਸਕਦਾ ਹੈ। ਬਦਲਣੀ ਤੁਸੀਂ ਆਪ ਹੀ ਹੈ। ਮਾੜੀ ਵੀ ਤੁਸੀਂ ਬਣਾਈ, ਚੰਗੀ ਵੀ ਤੁਸੀਂ ਬਣਾਉਣੀ, ਦੂਜਾ ਤਾਂ ਦੱਸਦਾ ਵੀ ਮਾੜੀ ਕਿਉਂ ਬਣੀ ਕਿ ਮਾੜੇ ਕੰਮ ਕੀਤੇ, ਚੰਗੀ ਬਣਾਉਣੀ ਹੈ ਬਾਣੀ ਪੜ੍ਹ ਲਓ, ਨਾਮ ਜਪ ਲਓ, ਚੰਗੀ ਕਿਸਮਤ ਹੋ ਜਾਏਗੀ। ਵਿਣ ਕਰਮਾ ਕਿਛ ਪਾਈਐ ਨਾਹੀ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ, ਜੇ ਬਹੁ ਤੇਰਾ ਧਾਵੈ, ਅੱਗੇ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਕਾਮ ਅਤੇ ਕ੍ਰੋਧ ਸਰੀਰ ਨੂੰ ਇਸ ਤਰ੍ਹਾਂ ਗਾਲ ਦਿੰਦੇ ਨੇ ਜਿਵੇਂ ਸੁਹਾਗਾ। ਇਹਨਾਂ ਸੁਨਿਆਰਿਆਂ ਦੇ ਕੋਲ ਇੱਕ ਪਾਊਡਰ ਜਿਹਾ ਹੁੰਦਾ, ਸੋਨੇ ਨੂੰ ਉਹਨਾਂ ਨੇ ਗਾਲਣਾ ਹੈ, ਢਾਲਣਾ ਹੈ, ਪਿਘਲਾਉਣਾ ਹੈ, ਉਹ ਸੁਹਾਗਾ ਪਾ ਦਿੰਦੇ ਨੇ, ਸਾਰਾ ਸੋਨਾ ਢਲ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ, ਇਹ ਕਾਮ ਅਤੇ ਕ੍ਰੋਧ ਸਾਡੇ ਸਰੀਰ ਦਾ ਨਾਸ਼ ਕਰ ਦਿੰਦੇ ਨੇ, ਗਾਲ ਦਿੰਦੇ ਨੇ। ਇਸ ਲਈ ਕਾਮ ਕ੍ਰੋਧ ਤੋਂ ਬਚ ਕੇ ਰਹਿਣਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਕਾਮ ਕ੍ਰੋਧ ਕਾਇਆ ਕੋ ਗਾਲੈ, ਕਾਮ ਕ੍ਰੋਧ ਕਾਇਆ ਕੋ ਗਾਲੈ, ਕਾਮ ਕ੍ਰੋਧ ਕਾਇਆ ਕੋ ਗਾਲੈ। ਜਿਉ ਕੰਚਨ ਸੁਹਾਗਾ ਢਾਲੈ, ਜਿਉ ਕੰਚਨ ਸੁਹਾਗਾ ਢਾਲੈ, ਜਿਉ ਕੰਚਨ ਸੁਹਾਗਾ ਢਾਲੈ, ਜਿਉ ਕੰਚਨ ਸੁਹਾਗਾ ਢਾਲੈ। ਗੁਰੂ ਮਹਾਰਾਜ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਇ, ਜਿਹੜਾ ਵੀ ਦੇਖਦਾ ਉਹਨੂੰ ਕੋਈ ਨਾ ਕੋਈ ਚਿੰਤਾ ਲੱਗੀ ਹੋਈ ਹੈ। ਹਰ ਇੱਕ ਕਹਿੰਦੇ ਚਿੰਤਾਤਰ ਦਿਸ ਰਿਹਾ ਹੈ। ਚੇਤੈ ਏਕ ਤਹੀ ਸੁਖ ਹੋਏ, ਜਿਹੜਾ ਇੱਕ ਪਰਮਾਤਮਾ ਨੂੰ ਯਾਦ ਕਰਦਾ ਤਹੀ ਉਸ ਨੂੰ ਸੁਖ ਹੋ ਜਾਂਦਾ। ਤਾਂ ਕੀ ਮਤਲਬ ਰੱਖਿਆ ਕਿ ਚਿੰਤਾ ਕਿਉਂ ਹੈ? ਨਾਮ ਨਹੀਂ ਜਪਿਆ, ਇਸ ਲਈ ਚਿੰਤਾ। ਕਿ ਨਾਮ ਜਪੋ ਸੁਖ ਮਿਲ ਜਾਏਗਾ। ਚਿੰਤਤ ਹੀ ਦੀਸੈ ਸਭ ਕੋਇ, ਚਿੰਤਤ ਹੀ ਦੀਸੈ ਸਭ ਕੋਇ, ਚਿੰਤਤ ਹੀ ਦੀਸੈ ਸਭ ਕੋਇ, ਚਿੰਤਤ ਹੀ ਦੀਸੈ ਸਭ ਕੋਇ। ਚੇਤੈ ਏਕ ਤਹੀ ਸੁਖ ਹੋਏ, ਚੇਤੈ ਏਕ ਤਹੀ ਸੁਖ ਹੋਏ, ਚੇਤੈ ਏਕ ਤਹੀ ਸੁਖ ਹੋਏ, ਚੇਤੈ ਏਕ ਤਹੀ ਸੁਖ ਹੋਏ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।